ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਨੇ ਸਾਡੇ ਤੇ ਤਰਕ ਕਰਕੇ ਸਾਨੂੰ ਸਾਧ ਸੰਗਤ ਬਖਸ਼ਿਸ਼ ਕੀਤੀ ਹੈ, ਜੋ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਦੁਆਰਾ ਹੀ ਸਾਨੂੰ ਪ੍ਰਾਪਤ ਹੁੰਦੀ ਹੈ। ਸੋ ਆਓ ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਗੁਰੂ ਸਾਹਿਬ ਜੀ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਮਿੱਠੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ 747 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਹੈ, ਦਰਜ ਹੈ। 748 ਅੰਗ ਤੇ ਇਸ ਦੀ ਸਮਾਪਤੀ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਧਰਮ ਦੇ ਨਾਮ ਤੇ, ਦੇਖੋ ਪਿਆਰਿਓ, ਦੁਨੀਆ 'ਚ ਨਾ ਬੜਾ ਕੁਝ ਗਲਤ ਹੋ ਰਿਹਾ, ਹੋ ਵੀ ਧਰਮ ਦੇ ਨਾਂ ਤੇ ਰਿਹਾ। ਲੋਕ ਧਰਮ ਦੀ ਆੜ ਦੇ ਵਿੱਚ ਬੜਾ ਕੁਝ ਗਲਤ ਕਰ ਰਹੇ ਨੇ। ਜਿਸ ਧਰਮ ਨੇ ਸਾਨੂੰ ਬਦਲਣਾ ਸੀ, ਜਿਸ ਧਰਮ ਨੇ ਮਨੁੱਖ ਨੂੰ ਪਰਮਾਤਮਾ ਜੈਸਾ ਸੁਭਾਅ ਬਖਸ਼ਣਾ ਸੀ, ਉਹਦੀ ਹੀ ਦੁਰਵਰਤੋਂ ਹੋ ਰਹੀ ਆ। ਜਿਸ ਮਾਰਗ ਨੇ ਸਾਨੂੰ ਸੱਚ ਤੱਕ ਲੈ ਕੇ ਜਾਣਾ ਸੀ, ਉਹ ਮਾਰਗ ਨੂੰ ਹੀ ਗਲਤ ਤਰੀਕੇ ਨਾਲ ਵੰਡਿਆ ਜਾ ਰਿਹਾ, ਕੰਡੇ ਵਿਛਾਏ ਜਾ ਰਹੇ ਆ। ਉੱਥੇ ਪਖੰਡ ਜਿਹੜੇ ਧਰਮ ਦੀ ਦੁਨੀਆ 'ਚ ਜਿੱਤਣਾ ਹੈ, ਇਤਨਾ ਤੁਹਾਨੂੰ ਹੋਰ ਕਿਸੇ ਦੁਨੀਆ 'ਚ ਨਹੀਂ ਮਿਲੇਗਾ। ਧਰਮ ਦੀ ਦੁਨੀਆ ਵਿੱਚ ਝੂਠੇ ਲੋਕਾਂ ਨੇ, ਗੁਰੂ ਅਰਜਨ ਦੇਵ ਜੀ ਕਹਿੰਦੇ, ਕਰਮ ਧਰਮ ਪਾਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੂਟੈ। ਧਰਮ ਦੀ ਦੁਨੀਆ ਵਿੱਚ ਝੂਠੇ ਲੋਕ ਜਦੋਂ ਦੇ ਆ ਗਏ ਨੇ, ਫਰੇਬੀ ਲੋਕ ਜਦੋਂ ਦੇ ਆ ਗਏ ਨੇ, ਉਹਨਾਂ ਦੇ ਧਰਮ ਦੀ ਦੁਨੀਆ ਨੂੰ ਵੀ ਪਖੰਡ ਬਣਾ ਦਿੱਤਾ, ਇਹਦਾ ਵੀ ਨਾਸ ਕਰਨਾ ਸ਼ੁਰੂ ਕਰ ਦਿੱਤਾ। ਐਸੇ ਐਸੇ ਉਹ ਦੁਸ਼ਟ ਲੋਕ ਨੇ। ਕਰਮ ਧਰਮ ਪਖੰਡ ਜੋ ਦੀਸੇ ਹੈ, ਤਿਨ ਜਮ ਜਾਗਾਤੀ ਲੁੱਟੈ। ਚਾਹੇ ਆਪਾਂ ਸਨਾਤਨ ਧਰਮ 'ਚ ਦੇਖੀਏ, ਚਾਹੇ ਮੁਸਲਮਾਨ ਵੀਰ ਨੇ ਉਹਨਾਂ ਦੇ ਧਰਮਾਂ ਵਿੱਚ ਦੇਖੀਏ, ਹਜ਼ਰਤ ਮੁਹੰਮਦ ਸਾਹਿਬ ਦੀਆਂ ਕਹੀਆਂ ਹੋਈਆਂ ਗੱਲਾਂ ਬੜੀਆਂ ਪਾਕ ਪਵਿੱਤਰ ਨੇ। ਭਾਗਵਤ ਗੀਤਾ ਦੇ ਬੋਲ ਬੜੇ ਪਵਿੱਤਰ ਨੇ, ਪਰ ਲੋਕ ਉਹਨਾਂ ਤੋਂ ਹਟ ਕੇ, ਸਾਡੇ ਸਿੱਖ ਵੀ ਜਿਵੇਂ ਗੁਰੂ ਮਹਾਰਾਜ ਦੀ ਬਾਣੀ ਤੋਂ ਹਟ ਕੇ ਬਹੁਤ ਸਾਰੇ ਅੰਧ ਵਿਸ਼ਵਾਸਾਂ 'ਚ ਪਏ ਹੋਏ ਨੇ। ਉਹਨਾਂ ਨੂੰ ਕੱਟਣਾ, ਉਹ ਬੇੜੀਆਂ ਨੂੰ ਕੱਟਣਾ, ਉਹ ਖੁੱਬੇ ਹੋਏ ਨੇ ਉਹਦੇ ਵਿੱਚ। ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀਲੇ। ਇੱਕ ਦਲਦਲ ਹੈ ਪਖੰਡ ਦੀ, ਫਰੇਬ ਦੀ। ਦੁਨੀਆ ਦੇ ਲੋਕ ਉਹਦੇ ਵਿੱਚ ਫਸ ਜਾਂਦੇ ਨੇ, ਆਪ ਹੀ ਦਲਦਲ ਨੂੰ ਸਿਰਜ ਕੇ ਦਲਦਲ ਦੇ ਵਿੱਚ ਧੱਸਦੇ ਜਾਂਦੇ ਨੇ। ਬਾਹਰ ਨਿਕਲਣਾ ਬੜਾ ਔਖਾ ਹੈ। ਕਰਮ ਧਰਮ ਪਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੁੱਟੈ। ਜੇ ਆਪਾਂ ਵਿਗਿਆਨ ਦੇ ਤੌਰ ਤੇ ਦੇਖੀਏ ਤਾਂ ਜਿਹੜੇ
ਜਿਨ੍ਹਾਂ ਨੂੰ ਆਪਾਂ ਵਿਗਿਆਨੀ ਕਹਿੰਦੇ ਹਾਂ, ਖੋਜੀ ਕਹਿੰਦੇ ਹਾਂ, ਬਾਹਰੀ ਤਲ 'ਤੇ, ਜੇ ਉਹ ਸਫਲ ਨਹੀਂ ਹੁੰਦੇ ਨਾ ਕਿਸੇ ਖੋਜ ਦੇ ਵਿੱਚ, ਉਹ ਕਹਿ ਦਿੰਦੇ ਨੇ ਕਿ ਸਾਡੀ ਖੋਜ ਅਧੂਰੀ ਆ, ਅਸੀਂ ਸਫਲ ਨਹੀਂ ਹੋਏ। ਉਹ ਝੂਠ ਨਹੀਂ ਬੋਲਦੇ। ਕਹਿ ਦਿੰਦੇ ਨੇ ਸਾਡੇ ਤੋਂ ਇਹ ਸਮੱਸਿਆ ਸੁਲਝੀ ਨਹੀਂ, ਉਲਝੀ ਹੋਈ ਆ। ਇਹ ਉਹ ਸੱਚ ਬੋਲਦੇ ਨੇ ਕਿ ਸਾਡੀ ਖੋਜ ਅਧੂਰੀ ਆ। ਪਰ ਧਰਮ ਦੀ ਦੁਨੀਆ ਵਿੱਚ ਜੇ ਆਪਾਂ ਦੇਖੀਏ, ਕੁਝ ਐਸੇ ਲੋਕ ਨੇ, ਇੱਕ ਤਾਂ ਮਹਾਂਪੁਰਸ਼ ਨੇ, ਉਹਨਾਂ ਦੀ ਗੱਲ ਨਹੀਂ ਮੈਂ ਕਰਦਾ, ਉਹ 1% ਨੇ, ਥੋੜ੍ਹੇ ਨੇ ਜਿਹੜੇ ਸਹੀ ਸਾਧੂ ਨੇ, ਸੱਚੇ ਸਾਧੂ ਨੇ। ਇੱਕ ਇਸ ਤਰ੍ਹਾਂ ਦੇ ਕਬੀਰ ਜੀ ਕਹਿੰਦੇ ਲੋਕ ਨੇ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗੱਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਵੱਗ, ਹੋਏ ਹਰ ਕੇ ਸੰਤ ਨਾ ਆਖੀਐ ਬਾ ਨਾਰਸ ਕੇ ਠੱਗ, ਐਸੇ ਸੰਤ ਨ ਮੋਹ ਕੋ ਭਾਵੈ ਡਾਲਾ ਸਿਉ ਪੇਡਾ ਗਟਕਾਵੇ। ਕੁਝ ਐਸੇ ਲੋਕ ਨੇ ਜਿਹੜੇ ਕਿ ਧਾਰਮਿਕ ਚਿੰਨ੍ਹ ਪਾ ਲੈਂਦੇ ਨੇ ਪਰ ਕਰਦੇ ਪਖੰਡ ਨੇ। ਧਾਰਮਿਕ ਪਹਿਰਾਵਾ ਪਾ ਕੇ ਕਹਿੰਦੇ ਨੇ ਅਸੀਂ ਸੰਤ ਹਾਂ, ਦੁਨੀਆ ਦੇ ਲੋਕਾਂ ਨੂੰ ਭਰਮਾਉਂਦੇ ਨੇ। ਉਹ ਸੰਤ ਨਹੀਂ, ਹਰ ਕੇ ਸੰਤ ਨਾ ਆਖੀਐ, ਉਹਨਾਂ ਨੂੰ ਸੰਤ ਨਾ ਕਹੋ। ਬਾਨਾਰਸ ਕੇ ਠੱਗ, ਦੁਨੀਆ 'ਚ ਬਨਾਰਸ ਦੇ ਠੱਗ ਬੜੇ ਮਸ਼ਹੂਰ ਹੋਏ। ਕਿਹਾ ਜਾਂਦਾ ਸੀ ਕਿ ਯਾਤਰੀਆਂ ਨੇ ਬਨਾਰਸ ਜਾਣਾ। ਉਹ ਇੱਕ ਧਾਰਮਿਕ ਸਥਾਨ ਸੀ। ਉੱਥੋਂ ਦੇ ਪਾਂਧਿਆਂ ਨੇ ਲੁੱਟ ਲੈਣਾ, ਲੋਕਾਂ ਨੂੰ ਗੱਲਾਂ 'ਚ ਲੈ ਲੈਣਾ, ਪਖੰਡਾਂ 'ਚ ਪਾ ਦੇਣਾ, ਧਰਮ ਦੇ ਨਾਂ 'ਤੇ ਲੁੱਟਦੇ ਰਹੇ। ਇਸ ਕਰਕੇ ਉਹ ਸੰਤ ਨਹੀਂ ਹੋ ਸਕਦੇ ਜਿਹੜੇ ਕਰਮ ਧਰਮ ਪਖੰਡ ਲਈ ਕਰਦੇ ਨੇ, ਜਿਹੜੇ ਲੋਕਾਂ ਨੂੰ ਭਰਮਾਂ 'ਚ ਪਾ ਕੇ ਕਹਿੰਦੇ ਨੇ ਆਓ ਅਸੀਂ ਸੰਤ ਹਾਂ, ਅਸੀਂ ਤੁਹਾਡੀ ਸਮੱਸਿਆ ਦਾ ਸਮਾਧਾਨ ਕਰ ਦਾਂਗੇ, ਛਿਣ ਦੇ ਵਿੱਚ ਤੁਹਾਨੂੰ ਸੁੱਖ ਦੇ ਦਾਂਗੇ। ਇਸ ਕਰਕੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਦੁਨੀਆ ਦੇ ਲੋਕ ਵੀ ਬੜੀ ਛੇਤੀ ਇਸ ਜਾਲ 'ਚ ਫਸਦੇ ਨੇ। ਉਹਦਾ ਕਾਰਨ ਕੀ ਆ? ਉਹ ਦੁਖੀ ਨੇ। ਕਿਸੇ ਨੂੰ ਤਨ ਕਰਕੇ ਪੀੜਾ ਹੈ, ਕਿਸੇ ਦੇ ਘਰ ਵਿੱਚ ਮਨ ਕਰਕੇ ਪੀੜਾ ਹੈ, ਕੋਈ ਚਿੱਤ ਕਰਕੇ ਬੜਾ ਉਦਾਸ ਆ। ਇਹਨਾਂ ਉਦਾਸੀਆਂ ਤੋਂ ਛੁਟਕਾਰਾ ਪਾਉਣ ਲਈ, ਬਹੁਤ ਛੇਤੀ ਸੁਖੀ ਹੋਣ ਲਈ ਲੋਕ ਗਲਤ ਰਾਹ ਬਣਾਉਂਦੇ ਨੇ। ਗੁਰਬਾਣੀ ਜਦ ਕਿ ਸਾਨੂੰ ਰਜਾ ਵਿੱਚ ਰਹਿਣਾ ਸਿਖਾਉਂਦੀ ਆ, ਉਹ ਲੋਕ ਜਿਹੜੇ ਕਹਿੰਦੇ ਨੇ ਆਓ ਅਸੀਂ ਤੁਹਾਨੂੰ ਛੇਤੀ ਸੁੱਖ ਦੇ ਦੇਵਾਂਗੇ, ਰਾਤੇ ਰਾਤ ਅਮੀਰ ਕਰ ਦੇਵਾਂਗੇ, ਲੋਕ ਫਿਰ ਉਹੋ ਜਿਹੇ ਪਖੰਡਾਂ ਵਿੱਚ ਜਾ ਕੇ ਫਸ ਜਾਂਦੇ ਨੇ ਜਿੱਥੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਨਿਕਲਣਾ ਦਲਦਲ ਆ ਤੇ ਉਹਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਹੈ। ਇਵੇਂ ਜਮ ਜਾ ਗਾਤੀ ਲੁੱਟੇ, ਦੁਨੀਆ ਦੇ ਲੋਕ ਲੁੱਟੇ ਜਾ ਰਹੇ ਆ ਝੂਠੇ ਕਰਮਾਂ ਦੇ ਵਿੱਚ ਫਸ ਕੇ। ਝੂਠਾ ਧਰਮ ਜਿਹੜਾ ਹੈ, ਜਿਹੜਾ ਲੋਕਾਂ ਨੇ ਬਣਾ ਦਿੱਤਾ, ਇੱਕ ਉਹ ਧਰਮ ਆ ਜਿਹੜਾ ਗੁਰੂ ਨਾਨਕ ਜੀ ਨੇ ਬਖਸ਼ਿਆ ਸੀ, ਇੱਕ ਉਹ ਆ ਜਿਹੜਾ ਅਸੀਂ ਆਪਣੀਆਂ ਹੀ ਮਰਿਆਦਾਵਾਂ ਬਣਾ ਕੇ ਚਲਾ ਲਿਆ। ਉਹਦੇ ਨਾਲ ਤਾਂ ਬੰਦਾ ਲੁੱਟਿਆ ਜਾਂਦਾ ਹੈ। ਅੱਗੇ ਪੰਕਤੀ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਦੁਨੀਆ ਵਿੱਚ 100 ਤਰ੍ਹਾਂ ਦੇ ਕਰਮ ਕਾਂਡ ਹੋਣਗੇ ਕਿ ਇੱਦਾਂ ਕਰੋ ਇਹ ਹੋਵੇਗਾ, ਇੱਦਾਂ ਕਰੋ ਇਹ ਹੋਵੇਗਾ। ਇਹਦੇ ਨਾਲੋਂ ਬਿਹਤਰ ਆ ਪਰਮਾਤਮਾ ਦੇ ਨਾਮ ਨੂੰ ਇੱਕ ਛਿਣ ਵੀ ਜਪਣਾ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਇਹਦੇ ਨਾਲੋਂ ਚੰਗਾ ਹੈ ਹਰੀ ਦਾ ਕੀਰਤਨ ਕਰਨਾ, ਕਰਤੇ ਨੂੰ ਸਲਾਉਣਾ। ਇਹਦੇ ਨਾਲ ਨਿਮਕ ਸਿਮਰਤ ਜਿਤ ਛੁੱਟੈ। ਇਨਸਾਨ ਨੂੰ ਦੁੱਖ ਸਹਿਣਾ ਆਉਂਦਾ, ਜਰਨਾ ਆਉਂਦਾ, ਸੁੱਖ ਦੇ ਵਿੱਚ ਸਬਰ ਰੱਖਣਾ, ਸ਼ੁਕਰ ਕਰਨਾ ਆਉਂਦਾ, ਦੁੱਖ ਦੇ ਵਿੱਚ ਡੋਲਣਾ, ਕਦਮ ਕਦਮ 'ਤੇ ਡੋਲ ਜਾਣਾ। ਇਹ ਵਾਹਿਗੁਰੂ ਨਾਲ ਜੁੜਦਿਆਂ ਸਾਰੇ ਗੱਲਾਂ ਦੂਰ ਹੋ ਜਾਂਦੀਆਂ ਨੇ। ਨਿਮਕ ਸਿਮਰਤ ਜਿਤ ਛੂਟੈ। ਇੱਕ ਨਿਮਖ ਲੱਗਦਾ ਹੈ ਪਰਮਾਤਮਾ ਨੂੰ ਯਾਦ ਕਰਦੇ ਹਾਂ
ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪੈ ਜਾਂਦਾ। ਕਰਮ ਧਰਮ ਪਖੰਡ ਜਿਹਨੂੰ ਕਿਹਾ ਹੈ, ਕਿਉਂਕਿ ਕਈ ਲੋਕਾਂ ਦੇ ਮਨ 'ਚ ਵਹਿਮ ਆ ਕਿ ਕੋਈ ਹੈ ਜਿਹੜਾ ਉਹਨਾਂ ਨੂੰ ਬੜੀ ਛੇਤੀ ਸੁਖੀ ਕਰ ਦੇਗਾ। ਉਹਨਾਂ ਦੇ ਘਰ ਵਿੱਚ ਕੋਈ ਇੱਦਾਂ ਵਹਿਮ ਪਾ ਦੇਣਾ, ਉਹਨਾਂ ਨੂੰ ਆਪਸ 'ਚ ਹੀ ਲੜਾ ਦੇਣਾ। ਇਹ ਲੋਕ ਬੜਾ ਕੁਝ ਕਰਦੇ ਨੇ, ਇਹ ਸਭ ਆਪ ਜਾਣਦੇ ਹੋ। ਧਰਮ ਦੀ ਆੜ ਵਿੱਚ ਲੋਕ ਬੜੇ ਪਖੰਡ ਕਰਦੇ ਨੇ। ਕੁਝ ਐਸੇ ਸੰਤ ਬਣ ਗਏ ਨੇ ਜਿਹੜੇ ਸੰਤ ਨਹੀਂ ਹਨ, ਉਹਨਾਂ ਨੇ ਧਾਰਮਿਕ ਚਿੰਨ੍ਹ ਪਾਲੇ ਨੇ, ਪਰ ਉਹਨਾਂ ਦਾ ਬਿਲਕੁਲ ਵੀ ਧਰਮ ਦੇ ਨਾਲ ਕੋਈ ਮੇਲ ਨਹੀਂ। ਇਹੋ ਜਿਹੇ ਬੰਦਿਆਂ ਨੇ ਧਰਮ ਦੀ ਜਿਹੜੀ ਆ ਘਾਣ ਕੀਤਾ ਹੈ। ਧਰਮ ਦੇ ਨਾਂ 'ਤੇ ਆਪਣੀਆਂ ਦੁਕਾਨਾਂ ਚਲਾਈਆਂ ਨੇ ਅਤੇ ਨਾਮ ਜਿਹੜਾ ਧਰਮ ਦਾ ਬਦਨਾਮ ਹੋ ਚੁੱਕਾ ਹੈ। ਤਾਂ ਹੀ ਲੋਕ ਜਿਹੜੇ ਨੇ ਵੱਡੇ ਪੱਧਰ 'ਤੇ ਨਾਸਤਿਕ ਹੋ ਰਹੇ ਨੇ। ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਹੈ ਧਰਮ ਨੂੰ ਲੈ ਕੇ, ਕਿਉਂਕਿ ਪਖੰਡੀ ਲੋਕਾਂ ਨੇ ਇਹਦੇ ਵਿੱਚ ਇਤਨਾ ਕੁਝ ਗਲਤ ਕਰ ਦਿੱਤਾ ਕਿ ਅਸਲ ਬੰਦੇ ਵੀ ਜਿਹੜੇ ਨੇ ਲੋਕ ਉਹਨਾਂ ਨੂੰ ਗਲਤ ਤਰੀਕੇ ਨਾਲ ਹੀ ਦੇਖ ਰਹੇ ਨੇ। ਕੋਈ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਜਿਹੜੇ ਹੁਣ ਬਨਾਰਸ ਦੇ ਠੱਗ ਸਨ, ਉਹਨਾਂ ਨੇ ਵੀ ਸੰਤਾਂ ਵਾਲਾ ਬਾਣਾ ਪਾ ਲਿਆ। ਤਾਂ ਅਸਲੀ ਸੰਤਾਂ ਦੀ ਮਹਿਮਾ ਜਿਹੜੀ ਆ ਉਹ ਵੀ ਘਟਦੀ ਜਾ ਰਹੀ ਆ। ਇਸ ਕਰਕੇ ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ, ਹੇ ਇਨਸਾਨ, ਐਸੇ ਪਖੰਡਾਂ ਦੇ ਨਾਲੋਂ ਤੂੰ, ਜਿਹੜਾ ਬੰਦਾ ਤੈਨੂੰ ਕਹਿੰਦਾ ਹੈ ਮੈਂ ਬੜੀ ਛੇਤੀ ਤੈਨੂੰ ਸੁੱਖ ਦੇ ਦਾਂਗਾ, ਤੇਰੀ ਹਰ ਸਮੱਸਿਆ ਦਾ ਸਮਾਧਾਨ ਮੈਂ ਕਰ ਦਾਂਗਾ, ਤਾਂ ਇਹੋ ਜਿਹੇ ਬੰਦੇ ਤੋਂ ਤੁਸੀਂ ਬਚ ਕੇ ਰਹਿਣਾ। ਕਿਉਂਕਿ ਦੁੱਖ ਤੁਹਾਡੇ ਦਰਵਾਜ਼ੇ 'ਤੇ ਖੜਾ ਹੈ ਜਦੋਂ ਸੁੱਖ ਤੁਹਾਡੇ ਘਰ ਵਿੱਚ ਆ। ਜਦੋਂ ਦੁੱਖ ਤੁਹਾਡੇ ਘਰ ਵਿੱਚ ਆ, ਸੁੱਖ ਤੁਹਾਡੇ ਦਰਵਾਜ਼ੇ 'ਤੇ ਖੜਾ। ਇੱਦਾਂ ਇੱਕ ਚੀਜ਼ ਅੰਦਰ ਆ ਰਹੀ ਆ, ਇੱਕ ਚੀਜ਼ ਬਾਹਰ ਜਾ ਕੇ ਖੜ ਰਹੀ ਆ, ਕੋਈ ਦੂਰ ਨਹੀਂ ਹੈਗੀ। ਘਰ ਵਿੱਚ ਦੁੱਖ ਅੱਜ ਬੜੀ ਪੀੜਾ, ਸੁੱਖ ਕਿਤੇ ਦੂਰ ਨਹੀਂ ਮਨਾ, ਉਹ ਆਵੇਗਾ। ਘਰ ਵਿੱਚ ਸੁੱਖ ਆ ਗਿਆ, ਸਦਾ ਨਹੀਂ ਰਹਿਣਾ। ਸੁੱਖ ਨੇ ਸਦਾ ਨਹੀਂ ਰਹਿਣਾ, ਦੁੱਖ ਦਰਵਾਜ਼ੇ 'ਚ ਹੀ ਖੜਾ, ਉਹਨੇ ਵੀ ਆਉਣਾ। ਇਹ ਚੀਜ਼ਾਂ ਬੰਦੇ ਨੂੰ ਜਾਣ ਲੈਣੀਆਂ ਚਾਹੀਦੀਆਂ ਨੇ, ਫਿਰ ਉਹ ਪਖੰਡਾਂ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਫਸਦਾ। ਨਹੀਂ, ਹਰ ਬੰਦਾ ਕਹਿੰਦਾ ਹੈ ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਹਰ ਬੰਦਾ ਕਹਿੰਦਾ ਮੈਂ ਸੁਖੀ ਹੋ ਜਾਵਾਂ, ਸਦਾ ਹੀ ਸੁਖੀ ਰਹਾਂ। ਇੱਦਾਂ ਕਦੇ ਵੀ ਇਤਿਹਾਸ 'ਚ ਨਹੀਂ ਹੋਇਆ ਕਿ ਤੁਸੀਂ ਸਾਰੀ ਜ਼ਿੰਦਗੀ ਸੁਖੀ ਤੁਹਾਡੀ ਹੋਵੇ, ਸੁੱਖਾਂ ਵਾਂਗ ਹੋਵੇ, ਫੁੱਲਾਂ ਵਾਂਗ ਹੋਵੇ। ਇਹ ਵੀ ਨਹੀਂ ਹੁੰਦਾ ਕਿ ਮੌਸਮ ਇਕਸਾਰ ਰਹੇ। ਕਦੇ ਤਾਂ ਬਿਲਕੁਲ ਹਵਾ ਮਿੰਨੀ ਵਗਦੀ ਆ, ਕਦੇ ਹਨੇਰੀਆਂ ਵੀ ਆ ਜਾਂਦੀਆਂ ਨੇ, ਝੱਖੜ ਆ ਜਾਂਦਾ, ਮੀਂਹ ਪੈ ਜਾਂਦਾ, ਗੜੇ ਪੈ ਜਾਂਦੇ ਆ। ਇੱਦਾਂ ਹੀ ਆਪਣੀ ਜ਼ਿੰਦਗੀ ਨੂੰ ਲਓ। ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਈ ਮਨੁੱਖ। ਦੁੱਖ ਦੇ ਵੇਲੇ ਤੁਹਾਨੂੰ ਕਿਸੇ ਜਾਣ ਦੀ ਲੋੜ ਨਹੀਂ ਗੁਰੂ ਤੋਂ ਬਿਨਾਂ, ਕਿਉਂਕਿ ਉਹ ਮਹਾਰਾਜ ਕਹਿੰਦੇ ਆਇਆ ਉਹਨੇ ਚਲਿਆ ਜਾਣਾ। ਬਹੁਤੀਆਂ ਚੀਜ਼ਾਂ ਨੂੰ ਤੁਸੀਂ ਵੈਸੇ ਹੀ ਪਈਆਂ ਰਹਿਣ ਦਿਓ ਨਾ ਤੇ ਉਹ ਠੀਕ ਹੋ ਜਾਂਦੀਆਂ ਨੇ। ਕਈ ਵਾਰ ਜਿਵੇਂ ਮੈਂ ਉਦਾਹਰਨ ਦੇਵਾਂ, ਤੇ ਜਿਵੇਂ ਆਪਾਂ ਨੂੰ ਕਈ ਵਾਰੀ ਗੁੱਸਾ ਆ ਜਾਂਦਾ, ਆਪਣਾ ਦਿਲ ਕਰਦਾ ਕਿ ਆਪਾਂ ਉਹਨੂੰ ਕਹਿ ਦਈਏ ਕੁਝ, ਕਿ ਤੁਸੀਂ ਉਹਨੂੰ ਰੋਕ ਲਓ। ਸਮੇਂ ਵਿਦਵਾਨ ਕਹਿੰਦੇ ਕਹਿ ਦਿਓ ਮੈਂ ਕੱਲ੍ਹ ਨੂੰ ਕਹੂੰਗਾ, ਅੱਜ ਨਹੀਂ ਕਹਿਣਾ ਇਹਨੂੰ। ਤਾਂ ਜਦੋਂ ਕੱਲ੍ਹ ਆਊਗਾ ਤੁਹਾਡਾ ਗੁੱਸਾ ਠੀਕ ਹੋ ਜਾਏਗਾ, ਤੁਸੀਂ ਫਿਰ ਉਹਨੂੰ ਕਹਿ ਨਹੀਂ ਪਾਵੋਗੇ। ਅਸੀਂ ਮਾੜੇ ਕੰਮ ਕਰਨ ਲੱਗੇ ਬੜੀ ਹੀ ਤੇਜ਼ੀ ਕਰਦੇ ਹਾਂ, ਪੈਂਡਿੰਗ ਨਹੀਂ ਕਰਦੇ ਉਹਨੂੰ। ਚੰਗੇ ਕੰਮ ਅਸੀਂ ਪੈਂਡਿੰਗ ਕਰ ਦਿੰਦੇ ਹਾਂ, ਉਹਨਾਂ ਨੂੰ ਰੱਖ ਦਿੰਦੇ ਹਾਂ ਕਿ ਕਰ ਲਾਂਗੇ। ਮਾੜੇ ਕੰਮ ਨੂੰ ਜਦੇ ਹੀ ਕਰ ਦਿੰਦੇ ਹਾਂ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਸੋਇਆ। ਮੈਨੂੰ ਗੁੱਸਾ ਆ ਗਿਆ, ਹੁਣ ਮੈਂ ਕਰਨਾ ਹੈ, ਮੈਂ ਜਦੇ ਹੀ ਕਰ ਲੈਣਾ। ਮੇਰਾ ਮਨ ਕੀਤਾ ਅੱਜ ਬਾਣੀ ਪੜ੍ਹਨੀ ਆ, ਉਹ ਮੈਂ ਕਹਾਂਗਾ ਸ਼ਾਮ ਨੂੰ ਪੜ੍ਹ ਲੂੰਗਾ, ਕੱਲ੍ਹ ਨੂੰ ਪੜ੍ਹ ਲੂੰਗਾ, ਪਰਸੋਂ ਨੂੰ ਪੜ੍ਹ ਲੂੰਗਾ। ਜਿਹੜੀ ਚੀਜ਼ ਤੁਸੀਂ ਕੱਲ੍ਹ 'ਤੇ ਛੱਡ ਦਿੰਦੇ ਹੋ ਉਹ ਤੁਸੀਂ ਕਰਨੀ ਨਹੀਂ ਚਾਹੁੰਦੇ। ਮੈਂ ਇੱਕ ਪੁਸਤਕ ਪੜ੍ਹ ਰਿਹਾ ਸੀ, ਅੰਗਰੇਜ਼ ਵੀਰਾਂ ਦੀ ਹੈ, ਦੀ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ। ਉਹਦਾ ਨਾਮ ਹੈ ਅਤ ਪ੍ਰਭਾਵਕਾਰੀ ਲੋਕਾਂ ਦੀਆਂ 7 ਆਦਤਾਂ। ਪੰਜਾਬੀ ਵਿੱਚ ਉਹਦਾ ਅਨੁਵਾਦ ਹੈ। ਕਹਿੰਦੇ ਉਹਨਾਂ ਦੀ ਇੱਕ ਇਹ ਆਦਤ ਹੁੰਦੀ ਆ
ਚੰਗਾ ਕੰਮ ਕਰਨ ਵੇਲੇ ਉਹ ਪੈਂਡਿੰਗ ਨਹੀਂ ਕਰਦੇ, ਕੱਲ ਤੇ ਨਹੀਂ ਛੱਡਦੇ। ਗੁਰੂ ਸਾਹਿਬ ਦੀ ਬਾਣੀ ਵੀ ਇਹੀ ਕਹਿੰਦੀ ਆ ਕਿ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਕੰਮ ਚੰਗਾ ਹੈ ਤੇਰੇ ਮਨ 'ਚ ਫੁਰਨਾ ਆ ਗਿਆ, ਪਹਿਲਾਂ ਅਸੀਂ ਸੋਚਦੇ ਹਾਂ, ਫਿਰ ਅਸੀਂ ਉਹਦੇ ਬਾਰੇ ਫੈਸਲਾ ਕਰਦੇ ਹਾਂ। ਮਨ ਸਾਡਾ ਇਵੇਂ ਕੰਮ ਕਰਦਾ, ਪਹਿਲਾਂ ਇੱਕ ਖਿਆਲ ਆਉਂਦਾ, ਫਿਰ ਅਸੀਂ ਸੋਚਦੇ ਹਾਂ ਉਹਦੇ ਬਾਰੇ ਕਿ ਸਹੀ ਆ ਜਾਂ ਗਲਤ ਆ, ਫਿਰ ਕਹਿੰਦੇ ਹਾਂ ਕਰੀਏ ਕਿ ਨਾ ਕਰੀਏ, ਫਿਰ ਉਹਨੂੰ ਕਰ ਦਿੰਦੇ ਹਾਂ। ਇੱਕ ਖਿਆਲ ਇੰਨੇ ਸੁਰੰਗ 'ਚੋਂ ਗੁਜ਼ਰਦਾ ਹੈ, ਇੰਨੇ ਕੰਮਾਂ 'ਚੋਂ ਗੁਜ਼ਰਦਾ। ਮੈਨੂੰ ਖਿਆਲ ਆ ਗਿਆ ਮੈਂ ਬਾਣੀ ਪੜ੍ਹਨੀ ਆ, ਹੁਣ ਮੇਰੀ ਬੁੱਧੀ ਨੇ ਕਹਿਣਾ, ਅਕਲ ਨੇ ਕਹਿਣਾ ਪੜ੍ਹਾਂ ਕਿ ਨਾ ਪੜ੍ਹਾਂ, ਫਿਰ ਫੈਸਲਾ ਕਰਾਂਗੇ ਕਰਾਂ ਕਿ ਨਾ ਕਰਾਂ। ਫਿਰ ਉਹਨੇ ਕਹਿਣਾ ਕਰ ਦੇ, ਮਨ ਨੇ ਕਹਿਣਾ ਨਾ ਕਰ, ਸੌਂ ਜਾ, ਇੱਦਾਂ ਕਰ ਲਾ, ਹੋਰ ਕੰਮ ਕਰ ਲਾ, ਸ਼ਾਮ ਨੂੰ ਕਰ ਲਈ। ਇੱਦਾਂ ਮਨਮੁਖ ਬੰਦਾ ਮਨ ਦੀ ਸੁਣਦਾ ਹੈ, ਗੁਰਮੁਖ ਬੰਦਾ ਆਪਣੀ ਹਿਰਦੇ ਦੀ ਆਵਾਜ਼ ਨੂੰ ਸੁਣਦਾ। ਬਸ ਫਰਕ ਇੰਨਾ ਹੀ ਆ ਕਿ ਉਹਦੇ ਅੰਦਰ ਵੀ ਖਿਆਲ ਚੱਲਦੇ ਨੇ, ਉਹਦੇ ਅੰਦਰ ਵੀ ਖਿਆਲ ਚੱਲਦੇ ਨੇ, ਪਰ ਕਿਹੜੇ ਖਿਆਲ ਨੂੰ ਕੱਟਣਾ, ਕਿਹੜੇ ਖਿਆਲ ਨੂੰ ਸੁਣਨਾ, ਇਹ ਗੁਰਮੁਖ ਕਰ ਸਕਦੇ ਨੇ। ਇਸ ਕਰਕੇ ਸੰਤੋ ਸਾਗਰ ਪਾਰ ਉਤਰੀਐ, ਸਾਧੂਆਂ ਦੇ ਸੰਗ ਹੋ ਕੇ ਮੈਂ ਪਾਰ ਉਤਰ ਗਿਆ ਹਾਂ, ਮੇਰਾ ਉਤਾਰਾ ਹੋ ਗਿਆ। ਕਿਉਂਕਿ ਦੇਖੋ ਨਾ, ਜਿਵੇਂ ਕਿ ਇੱਕ ਹਾਥੀ ਹੁੰਦਾ, ਉਹਦੇ ਲਈ ਦਰਵਾਜ਼ੇ ਬੰਦ ਕੀਤੇ ਜਾ ਸਕਦੇ ਆ, ਰੁਕਾਵਟਾਂ ਪੈਦਾ ਹੋ ਸਕਦੀਆਂ ਨੇ। ਕੀੜੀਆਂ ਦਾ ਕੀ ਆ, ਤੁਸੀਂ ਦਰਵਾਜ਼ੇ ਲਾ ਕੇ ਭਲਾਂ ਦੀ ਸੌਂ ਜਾਓ, ਉਹਨਾਂ ਨੇ ਤਾਂ ਫਿਰ ਵੀ ਆ ਜਾਣਾ। ਹਾਥੀਆਂ ਨੂੰ ਰੋਕਿਆ ਜਾ ਸਕਦਾ ਦਰਵਾਜ਼ੇ ਬੰਦ ਕਰਕੇ, ਕੀੜੀਆਂ ਨੂੰ ਕਿਵੇਂ ਰੋਕਾਂਗੇ, ਉਹ ਤਾਂ ਝੀਥਾਂ ਵਿੱਚ ਦੀ ਆ ਜਾਣਗੀਆਂ। ਇਸ ਕਰਕੇ ਪਰਮਾਰਥ ਦਾ ਜਿਹੜਾ ਰਸਤਾ ਹੈ ਪਿਆਰਿਓ, ਉਹ ਕੀੜੀ ਦੇ ਵਾਂਗ ਹੀ ਆ। ਇੰਨੀ ਨਿਮਰਤਾ ਬੰਦੇ 'ਚ ਹੋਵੇ ਕੀੜੀ ਵਾਲੀ, ਫਿਰ ਕੋਈ ਰੁਕਾਵਟ ਨਹੀਂ ਆਉਂਦੀ। ਜੇ ਤੁਸੀਂ ਰਹਿਣਾ ਹੀ ਹਾਥੀ ਦੇ ਵਾਂਗ ਆ, ਫਿਰ ਤਾਂ ਦਰਵਾਜ਼ੇ ਤੁਹਾਨੂੰ ਬੰਦ ਹੀ ਮਿਲਣਗੇ, ਚਾਹੇ ਉਹ ਰਿਸ਼ਤਿਆਂ ਦੇ ਦਰਵਾਜ਼ੇ ਆ, ਚਾਹੇ ਉਹ ਗੁਰੂ ਦਾ ਦਰਵਾਜ਼ਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਹਾਥੀ ਨੂੰ ਲੈ ਕੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਇਹ ਥੋੜ੍ਹਾ ਜਿਹਾ ਮਸਤਿਆ ਹੋਇਆ ਹੁੰਦਾ, ਜਿਵੇਂ ਇਹਦਾ ਸੁਭਾਅ ਹੁੰਦਾ, ਚੰਚਲ ਹੁੰਦੀ, ਇਹਦੀ ਚੰਚਲਤਾ ਹੀ ਇਹ 'ਚ ਹੁੰਦੀ ਆ, ਅਤੇ ਇਹ ਕਈ ਵਾਰ ਜਦੋਂ ਹੰਕਾਰ 'ਚ ਆਉਂਦਾ ਉਦੋਂ ਬਹੁਤ ਨੁਕਸਾਨ ਵੀ ਕਰਦਾ। ਇਹ ਇਨਸਾਨ, ਜੇ ਤਾਂ ਤੂੰ ਹਸਤੀ ਦੇ ਵਾਂਗ, ਹਾਥੀ ਦੇ ਵਾਂਗ ਬਣੇਗਾ, ਫਿਰ ਤਾਂ ਕਹਿੰਦੇ ਤੈਨੂੰ ਦਰਵਾਜ਼ੇ ਬੰਦ ਹੀ ਮਿਲਣੇ ਆ। ਜੇ ਤੂੰ ਕੀੜੀ ਦੇ ਵਾਂਗ ਹੋ ਜਾਏਗਾ ਤਾਂ ਫਿਰ ਤੈਨੂੰ ਦਰਵਾਜ਼ੇ ਖੁੱਲ੍ਹੇ ਮਿਲਣੇ ਆ। ਰਿਸ਼ਤਿਆਂ 'ਚ ਲਾ ਲਓ, ਕਈ ਵਾਰੀ ਐਸੇ ਬੰਦੇ ਹੁੰਦੇ ਨੇ, ਸਾਡਾ ਦਿਲ ਨਹੀਂ ਕਰਦਾ ਉਹਨਾਂ ਨਾਲ ਗੱਲ ਕਰੀਏ, ਉਹਨਾਂ ਕੋਲ ਇੰਨਾ ਹੰਕਾਰ ਨਾਲ ਭਰੇ ਹੁੰਦੇ ਨੇ, ਸਾਡਾ ਚਾਹ ਦਾ ਕੱਪ ਪੀਣ ਨੂੰ ਉਹਨਾਂ ਨਾਲ ਜੀ ਨਹੀਂ ਕਰਦਾ, ਪਰ ਬਹਿਣਾ ਪੈ ਜਾਂਦਾ। ਦਿਲ ਕਹਿੰਦਾ ਹੁੰਦਾ ਵੀ ਇਹ ਕਦੋਂ ਜਾਵੇਗਾ। ਇੱਕ ਉਹ ਬੰਦਾ ਹੁੰਦਾ ਜਿਹੜਾ ਕਹਿੰਦੇ ਆ ਵੀ ਬੈਠਾ ਹੀ ਰਹੇ ਸਾਡੇ ਕੋਲ, ਉੱਠੇ ਹੀ ਨਾ। ਐਸੇ ਬੰਦੇ ਵੀ ਹੈਗੇ ਨੇ। ਸੰਤੋ ਸਾਗਰ ਪਾਰ ਉਤਰੀਐ, ਆਪਣੇ ਸੁਭਾਅ ਨੂੰ ਸੋਹਣਾ ਬਣਾਓ, ਇਹਨੇ ਹੀ ਤੁਹਾਡੀ ਜਿਹੜੀ ਸੋਭਾ ਕਰਵਾਉਣੀ ਆ। ਰੰਗ ਰੂਪ ਦਾ ਕੀ ਆ, ਬਜ਼ੁਰਗ ਹੋ ਗਏ ਝੁਰੜੀਆਂ ਪੈ ਜਾਣਗੀਆਂ, ਇਹ ਸਦਾ ਨਹੀਂ ਰਹਿਣਾ। ਪਾਣੀ ਦਾ ਵਹਿਣਾ, ਸੁਭਾਅ ਸਾਰੀ ਜ਼ਿੰਦਗੀ ਰਹਿਣਾ, ਸੁਭਾਅ ਤੁਹਾਡੇ ਮਰਨ ਤੋਂ ਬਾਅਦ ਵੀ ਰਹਿਣਾ। ਸਰੀਰ ਕਿਤਨਾ ਕੁ ਸਮਾਂ ਹੈ, ਤਾਂ ਉਹ ਚੀਜ਼ ਨੂੰ ਘੜੋ ਜਿਹਦੀ ਬੜੀ ਲੋੜ ਹੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ। ਸੰਤਨ ਦੇ ਅਰਥ ਇੱਥੇ ਗੁਰੂ ਨੇ। ਜੇ ਕੋਈ ਗੁਰੂ ਦਾ ਬਚਨ ਕਮਾਉਂਦਾ ਹੈ ਸੋ ਗੁਰਪ੍ਰਸਾਦੀ ਤਰੀਐ, ਉਹ ਬਹੁਤ ਕਿਰਪਾ ਦੀ ਨਿਸ਼ਾਨੀ ਹੁੰਦੀ ਆ। ਕਿਉਂਕਿ ਮੈਂ ਬਾਣੀ ਪੜ੍ਹ ਰਿਹਾ, ਤੁਸੀਂ ਪੜ੍ਹ ਰਹੇ ਹੋ, ਬਹੁਤ ਲੋਕ ਪੜ੍ਹਦੇ ਨੇ। ਇੱਕ ਬਾਣੀ ਨੂੰ ਕਮਾ ਰਿਹਾ, ਪੜ੍ਹ ਥੋੜ੍ਹੀ ਰਿਹਾ। ਚਾਹੇ ਇਵੇਂ ਤੁਸੀਂ ਵੱਧ ਸਮਝੋਗੇ ਜੇ ਮੈਂ ਇਹ ਵਾਲੀ ਉਦਾਹਰਨ ਦੇ ਦਿਆਂ। ਮੰਨ ਲਓ ਕੋਈ ਰੋਜ਼ 5 ਸੁਖਮਨੀ ਸਾਹਿਬ ਦੇ ਪਾਠ ਕਰਦਾ ਹੈ, ਬੜੀ ਚੰਗੀ ਗੱਲ ਆ, ਕਰਨੇ ਚਾਹੀਦੇ ਨੇ। ਪਰ ਇੱਕ ਗੁਰਸਿੱਖ ਆ ਕੋਈ, ਉਹ ਇੱਕ ਪੰਗਤੀ ਹੋਈ ਪੜ੍ਹਦਾ,
ਸੁਖਮਨੀ ਸਾਹਿਬ ਦੀ, ਉਹ ਇੱਕ ਤੇ ਅਮਲ ਕਰ ਰਿਹਾ। ਉਹ 5 ਸੁਖਮਨੀ ਸਾਹਿਬ ਜੀ ਦੇ ਜਾਪ ਕਰਕੇ ਉਹਦਾ ਕੋਈ ਅਮਲ ਹੀ ਨਹੀਂ, ਤਾਂ ਮਹਾਰਾਜ ਦੀ ਨਿਗਾਹ ਵਿੱਚ ਉਹ ਇੱਕ ਪੰਗਤੀ ਪੜ੍ਹਨ ਵਾਲਾ ਵੱਡਾ ਹੋਏਗਾ, ਨਾ ਕਿ ਉਹ ਜਿਹੜਾ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ, ਸਾਥ ਹੈ, ਉਹ ਉੱਚਾ ਨਹੀਂ ਹੋਵੇਗਾ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਅੱਜ ਦੇ ਹੁਕਮਨਾਮੇ 'ਚ ਪੰਗਤੀ ਆ। ਵੇਦ 4 ਵੇਦ ਨੇ, ਕਤੇਬ ਕਹਿੰਦੇ ਨੇ ਕੁਰਾਨ ਸ਼ਰੀਫ ਨੂੰ ਮੁਕੱਦਸ ਕਿਤਾਬ ਹੈ ਮੁਸਲਮਾਨ ਵੀਰਾਂ ਦੀ। ਸਿਮਰਤੀਆਂ ਨੇ, ਕੁਝ ਪ੍ਰਾਣ ਨੇ, ਇਨ ਪੜ੍ਹਿਆ ਮੁਕਤ ਨਾ ਹੋਈ। ਗੁਰਬਾਣੀ ਵੀ ਇਵੇਂ ਹੀ ਆ ਕਿ ਜੇ ਆਪਾਂ ਪੜ੍ਹਤੀ ਛੱਡਤੀ ਉਹੋ ਜਿਹੀ ਰਹੇ ਆਪਾਂ, ਫੇਰ ਤਾਂ ਕੋਈ ਫਰਕ ਨਹੀਂ ਨਾ ਪਿਆ ਬੰਦੇ 'ਚ। ਤਾਂ ਸੰਗਤ ਜਿਹੜੀ ਆ ਨਾ ਤੁਹਾਡੀ ਕਾਨੀ ਕਰਦੇ ਨੇ ਮਹਾਂਪੁਰਸ਼ ਕਹਿੰਦੇ, ਕਿਉਂਕਿ ਤੁਸੀਂ ਜੇ ਬਾਣੀ ਪੜ੍ਹ ਰਹੇ ਹੋ, ਕੰਨਾਂ ਦੇ ਨਾਲ ਆਪਣੀ ਆਵਾਜ਼ ਨੂੰ ਨਹੀਂ ਸੁਣ ਰਹੇ, ਤਾਂ ਤੁਸੀਂ ਬਾਣੀ ਨਹੀਂ ਪੜ੍ਹ ਰਹੇ। ਕਈ ਵਾਰੀ ਅਸੀਂ ਵੇਖਦੇ ਹਾਂ, ਤੁਹਾਡੇ ਨਾਲ ਮੇਰੇ ਨਾਲ ਸਭ ਨਾਲ ਹੋਇਆ, ਸਭ ਦੀਆਂ ਹੀ ਕਹਾਣੀਆਂ ਨੇ, ਮੈਂ ਕਹਿਣ ਤੋਂ ਸੰਕੋਚ ਨਹੀਂ ਕਰਦਾ। ਕਈ ਵਾਰੀ ਜਪਜੀ ਸਾਹਿਬ ਅਸੀਂ ਪੜ੍ਹ ਦਿੰਦੇ ਹਾਂ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਪਤਾ ਨਹੀਂ ਲੱਗਦਾ ਕਿ ਪੜ੍ਹਿਆ ਗਿਆ। ਇਹ ਵੀ ਗੱਲ ਨਹੀਂ, ਕਈ ਵਾਰੀ ਅਸੀਂ ਰੋਟੀ ਖਾ ਲੈਂਦੇ ਹਾਂ ਤੇ ਪਤਾ ਨਹੀਂ ਲੱਗਦਾ ਖਾਧੀ ਗਈ, ਉਹ ਖਾਧੀ ਜਾਂਦੀ ਆ, ਬੇਹੋਸ਼ੀ ਦੇ ਵਿੱਚ ਹੋ ਰਿਹਾ ਸਭ। ਕਈ ਵਾਰੀ ਅਸੀਂ ਕਿਤੇ ਜਾਣਾ ਹੁੰਦਾ, ਪਹੁੰਚ ਜਾਂਦੇ ਹਾਂ, ਪਰ ਪਤਾ ਨਹੀਂ ਲੱਗਦਾ ਕਿਵੇਂ ਪਹੁੰਚ ਜੇ ਗਏ। ਮਨ, ਸਰੀਰ, ਸੁਰਤ ਇੱਕ ਜਗ੍ਹਾ ਨਹੀਂ ਹੁੰਦੀ। ਕੋਈ ਮਹਾਂਪੁਰਸ਼ ਸੀ, ਉਹਨਾਂ ਦੇ ਕੋਲ ਕੋਈ ਚਲਾ ਗਿਆ, ਕਹਿੰਦੇ ਜੀ ਤੁਹਾਡੇ ਚਿਹਰੇ ਤੇ ਬੜਾ ਨੂਰ ਆ, ਰੂਹਾਨੀ ਆ, ਇਹ ਕਿਵੇਂ ਹੋ ਗਿਆ? ਕੋਈ ਤਰੀਕਾ, ਕੋਈ ਜੁਗਤ, ਕੋਈ ਤਾਂ ਸਾਧਨ ਹੋਊਗਾ। ਕਹਿੰਦੇ ਐਸੀ ਕੋਈ ਗੱਲ ਨਹੀਂ, ਜਦੋਂ ਜੋ ਕਰਨਾ ਮੈਂ ਉਦੋਂ ਉਹ ਕਰਦਾ। ਉਹ ਕਹਿੰਦੇ ਅਸੀਂ ਸਮਝੇ ਨਹੀਂ। ਕਹਿੰਦੇ ਜਦੋਂ ਰੋਟੀ ਖਾਣੀ ਆ, ਮੈਂ ਰੋਟੀ ਹੋਈ ਖਾਣਾ, ਬਸ ਹੋਰ ਨਹੀਂ ਮੈਂ ਕੁਝ ਕਰਦਾ। ਜਦੋਂ ਮੈਂ ਸੈਰ ਕਰਨ ਜਾਂਦਾ, ਤੁਰਦਾ ਹੀ ਆ, ਹੋਰ ਨਹੀਂ ਮੈਂ ਕੁਝ ਕਰਦਾ। ਕਹਿੰਦੇ ਇਹਦੇ ਵਿੱਚ ਕੀ ਗੱਲ ਆ ਖਾਸ? ਕਹਿੰਦੇ ਇਹਦੇ ਵਿੱਚ ਇਹੀ ਗੱਲ ਆ, ਜਦੋਂ ਰੋਟੀ ਖਾਣ ਸਮੇਂ ਰੋਟੀ ਖਾਓਗੇ, ਕਿਸੇ ਨਾਲ ਗੱਲਾਂ ਕਰਨ ਸਮੇਂ ਗੱਲਾਂ ਕਰੋਗੇ, ਟੁਰਨ ਸਮੇਂ ਟੁਰੋਗੇ ਤੇ ਸੁਣਨ ਸਮੇਂ ਸੁਣੋਗੇ, ਉਦੋਂ ਬਾਣੀ ਪੜ੍ਹਨ ਸਮੇਂ ਬਾਣੀ ਹੀ ਪੜ੍ਹੋਗੇ। ਇੰਨੀ ਇਕਾਗਰਤਾ, ਜਾਂ ਇਹਨੂੰ ਇਵੇਂ ਕਹਿ ਸਕਦੇ ਹਾਂ, ਜੇ ਤੁਸੀਂ ਸੰਗਤ ਕਰਨ ਵੇਲੇ ਸੰਗਤ ਕਰੋਗੇ, ਫਿਰ ਰੋਟੀ ਖਾਣ ਸਮੇਂ ਰੋਟੀ ਖਾਓਗੇ, ਪਾਣੀ ਪੀਣ ਸਮੇਂ ਪਾਣੀ ਪੀਓਗੇ। ਕਈ ਵਾਰੀ ਅਸੀਂ ਰੋਟੀ ਖਾ ਲੈਂਦੇ ਹਾਂ ਤੇ ਸਾਡੇ ਅੰਦਰ ਬੜਾ ਕੁਝ ਚੱਲਦਾ, ਕੀ ਤੋਂ ਕਿੰਨੇ ਲੈਣੇ ਆ, ਕਿਹਦੇ ਦੇਣੇ ਆ। ਕਮਾਲ ਦੀ ਗੱਲ ਆ, ਉਦੋਂ ਹੀ ਉਹ ਗੱਲਾਂ ਚੇਤੇ ਆਉਂਦੀਆਂ। ਗੁਟਕਾ ਸਾਹਿਬ ਫੜਦੇ ਆ, ਉਦੋਂ ਉਹ ਗੱਲਾਂ ਚੇਤੇ ਆਉਂਦੀਆਂ। ਉਹ ਬੈਠੇ ਆ, ਉਹ ਸਭ ਠੀਕ ਆ। ਤਾਂ ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ, ਤੁਸੀਂ ਆਪਣੇ ਮਨ ਨੂੰ ਇਤਨਾ ਇਕਾਗਰ ਕਰਕੇ ਪੜ੍ਹੋ, ਜੇ ਤੁਸੀਂ ਆਪਣੀ ਆਵਾਜ਼ ਕਿਸੇ ਤੱਕ ਪਹੁੰਚਾਉਣੀ ਆ, ਤੁਹਾਨੂੰ ਆਪਣੀ ਆਵਾਜ਼ ਪਹਿਲਾਂ ਆਪਣੇ ਤੱਕ ਪਹੁੰਚਾਉਣੀ ਪਵੇਗੀ। ਜੇ ਤੁਹਾਨੂੰ ਬਾਣੀ ਪੜ੍ਹਦਿਆਂ ਰਸ ਨਹੀਂ ਆ ਰਿਹਾ, ਕਿਸੇ ਨੂੰ ਆਉਣਾ ਹੀ ਨਹੀਂ। ਜੇ ਤੁਹਾਨੂੰ ਕੀਰਤਨ ਕਰਦਿਆਂ ਨੂੰ ਆਨੰਦ ਨਹੀਂ ਆ ਰਿਹਾ, ਸੁਣਨ ਵਾਲੇ ਨੂੰ ਕਦੇ ਨਹੀਂ ਆਉਣਾ। ਇਹ ਜੋ ਕਰਦੇ ਨੇ ਉਹ ਜਾਣਦੇ ਨੇ। ਕਈ ਵਾਰੀ ਐਵੇਂ ਹੁੰਦਾ, ਆਪ ਨੂੰ ਰਸ ਨਹੀਂ ਆਉਂਦਾ, ਪਤਾ ਲੱਗ ਜਾਂਦਾ ਅੱਜ ਸੰਗਤ ਨੂੰ ਨਹੀਂ ਆਵੇਗਾ। ਕੀਰਤਨੀਆਂ ਨੂੰ ਇਹ ਗੱਲ ਪਤਾ ਲੱਗ ਜਾਂਦੀ, ਅੱਜ ਆਪ ਨੂੰ ਨਹੀਂ ਆਇਆ, ਦੂਜਿਆਂ ਨੂੰ ਨਹੀਂ ਆਵੇਗਾ। ਜਿੱਦਣ ਤੁਹਾਨੂੰ ਰਸ ਆਵੇਗਾ, ਤੁਹਾਨੂੰ ਸੁਣਨ ਵਾਲੇ ਨੂੰ ਵੀ ਆਵੇਗਾ। ਇਹ ਗੱਲਾਂ ਦੀ 7 ਇਫੈਕਟਿਵ ਜਿਹੜੀਆਂ ਨੇ, ਹਾਈਲੀ ਇਫੈਕਟਿਵ ਪੀਪਲ ਕਿਤਾਬ ਉਹਦੇ ਵਿੱਚ ਲਿਖੀਆਂ ਹੋਈਆਂ ਨੇ, ਬੜੀ ਸੁੰਦਰ ਹੈ। ਉਹ ਗੋਰਿਆਂ ਦੀ ਵੀਰਾਂ ਦੀ ਕਿਤਾਬ ਆ, ਤੇ ਉਹਦੇ ਵਿੱਚ ਲਿਖਿਆ 7 ਆਦਤਾਂ ਬੰਦੇ ਦੀਆਂ, ਅਤ ਪ੍ਰਭਾਵਕਾਰੀ ਲੋਕਾਂ ਦੀਆਂ। ਜੇ ਤੁਸੀਂ ਆਪਣੇ ਆਪ ਨੂੰ ਸੋਹਣਾ ਬਣਾਉਣਾ ਚਾਹੁੰਦੇ ਹੋ ਅੰਦਰੋਂ, ਜਿਹੜੇ ਵੇਲੇ ਜੋ ਕੰਮ ਕਰਦੇ ਹੋ ਉਹ ਕਰਿਓ, ਨਾ ਕਿ ਦੂਜਾ ਕਰੋ। ਰੋਟੀ ਖਾਣ ਸਮੇਂ ਉਹ ਕਹਿੰਦੇ ਰੋਟੀ ਹੀ ਖਾਓ, ਤੁਰਨ ਸਮੇਂ ਤੁਰੋ, ਪਾਣੀ ਪੀਂਦੇ ਹੋ ਪਾਣੀ ਹੀ ਪੀਓ। ਫਿਰ ਭਜਨ ਬੰਦਗੀ ਕਰਨ ਸਮੇਂ ਬੰਦਗੀ ਹੀ ਕਰੋਗੇ। ਇਕਾਗਰਤਾ ਛੋਟੀ ਛੋਟੀ ਗੱਲ ਤੇ ਆ। ਜਪੀਏ ਨਾਮ ਜਪੀਏ ਅੰਨ, ਅੰਬੈ ਕੈ ਸੰਗ ਨੀਕਾ ਵਨ। ਮਹਾਰਾਜ ਕਹਿੰਦੇ ਤੂੰ ਰੋਟੀ ਨੂੰ ਵੀ ਇੰਨਾ ਕਦਰ ਕਰ ਉਹਦੀ, ਉਹਦੇ ਕਰਕੇ ਹੀ ਤੇਰਾ ਸਰੀਰ ਆ।
ਅੰਨ ਦੀ ਤੂੰ ਕਦਰ ਕਰ, ਜਪੀਐ ਨਾਮ, ਨਾਮ ਤਾਂ ਜਪ ਹੀ, ਜਪੀਐ ਅੰਨ, ਅੰਨ ਦੀ ਵੀ ਕਦਰ ਕਰ, ਅਨਾਜ ਦੀ ਵੀ ਕਦਰ ਕਰ, ਉਹਦੇ ਕਰਕੇ ਤੂੰ ਆ। ਇਹ ਸਾਰੀਆਂ ਚੀਜ਼ਾਂ ਗੁਰੂ ਮਹਾਰਾਜ ਸਾਨੂੰ ਦੱਸਦੇ ਨੇ। ਤਾਂ ਮਹਾਂਪੁਰਸ਼ ਕਹਿੰਦੇ ਇਸ ਕਰਕੇ ਜਦੋਂ ਮੈਂ ਬੰਦਗੀ ਕਰਦਾ ਉਦੋਂ ਬੰਦਗੀ ਹੀ ਕਰਦਾ, ਜਦੋਂ ਰੋਟੀ ਖਾਨਾ ਉਦੋਂ ਰੋਟੀ ਹੀ ਖਾਨਾ, ਜਦੋਂ ਟੁਰਦਾ ਉਦੋਂ ਟੁਰਦਾ ਹੀ ਆ, ਜਦੋਂ ਸੌਂਦਾ ਉਦੋਂ ਸੌਂਦਾ ਹੀ ਆ। ਉਹ ਨੌਜਵਾਨ ਕਹਿੰਦਾ ਜੀ ਇਹ ਕੈਸੀ ਖੇਡ ਆ, ਸਮਝ ਨਹੀਂ ਆਈ। ਕਹਿੰਦੇ ਬਸ ਇਸੇ 'ਚ ਹੀ ਰਾਜ ਆ ਸਾਰਾ, ਇਸੇ ਵਿੱਚ ਹੀ ਰਹੱਸ ਆ। ਤਾਂ ਅਸੀਂ ਜਦੋਂ ਇਬਾਦਤ ਕਰਨ ਬਹਿੰਦੇ ਹਾਂ, ਕੋਈ ਮਾਲਾ ਫੇਰਦਾ, ਕੋਈ ਗੁਟਕਾ ਸਾਹਿਬ ਪੜ੍ਹਦਾ ਹੈ, ਤਾਂ ਹੇ ਵਾਹਿਗੁਰੂ ਤੇਰੀ ਯਾਦ ਨਹੀਂ ਆਉਂਦੀ, ਮੈਨੂੰ ਪਰਿਵਾਰ ਯਾਦ ਆਉਂਦਾ ਉਦੋਂ। ਜਦੋਂ ਮੈਂ ਗੁਟਕਾ ਸਾਹਿਬ ਚੁੱਕਦਾ ਹਾਂ, ਬਾਣੀ ਪੜ੍ਹਦਾ, ਸਿਮਰਨ ਕਰਦਾ, ਕੁਝ ਵੀ ਆਪਾਂ ਕਰਦੇ ਹਾਂ, ਮੈਨੂੰ ਆਉਣ ਵਾਲੇ ਸਮੇਂ ਦੀ ਚਿੰਤਾ ਤੰਗ ਕਰਦੀ ਆ, ਤੇਰੀ ਯਾਦ ਨਹੀਂ ਬਣਦੀ। ਸ਼ੁਰੂ 'ਚ ਇਵੇਂ ਹੀ ਹੋਵੇਗਾ। ਅੱਗੇ ਜਾ ਕੇ ਜਦੋਂ ਤੁਸੀਂ ਇੱਕ ਰਸ ਹੋ ਕੇ ਪੂਰਾ ਪੜ੍ਹੋਗੇ, ਕਦੇ ਮਨ ਜਿਹੜਾ ਤੁਹਾਨੂੰ ਖਿੱਚ ਕੇ ਲੈ ਜਾਏਗਾ ਬਾਹਰ, ਫਿਰ ਤੁਸੀਂ ਆ ਜਾਓਗੇ, ਫਿਰ ਉਹ ਖਿੱਚ ਲੇਗਾ, ਫਿਰ ਤੁਸੀਂ ਆ ਜਾਓਗੇ। ਕੂਟਣ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋਂ ਜਮ ਤੇ ਛੂਟੈ, ਕੁੱਟ ਕੁੱਟ ਮਨ ਕਸਵੱਟੀ ਲਾਵੇ। ਕਬੀਰ ਸਾਹਿਬ ਜੀ ਕਹਿੰਦੇ ਉਹ ਭੱਜ ਜਾਂਦਾ ਸੀ ਬਾਹਰ, ਮੈਂ ਉਹਨੂੰ ਕੁੱਟ ਕੇ ਫਿਰ ਲੈ ਆਉਣਾ, ਨਹੀਂ ਤੂੰ ਰਾਮ ਜਪ। ਉਹਨੇ ਫਿਰ ਭੱਜ ਜਾਣਾ ਬਾਹਰ, ਮੈਂ ਫਿਰ ਲੈ ਆਉਣਾ। ਮੈਂ ਬਹੁਤ ਲੜਿਆ ਮਨ ਦੇ ਨਾਲ, ਕੁੱਟ ਕੁੱਟ ਕੇ ਉਹਨੂੰ ਮੈਂ ਰਾਮ ਦਾ ਨਾਮ ਸੁਣਾਇਆ, ਫੇਰ ਜਾ ਕੇ ਮੈਂ ਕਬੀਰ ਬਣਿਆ ਹਾਂ, ਫੇਰ ਜਾ ਕੇ ਕਬੀਰ ਬਣਿਆ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਕੇਵਲ ਤੇ ਕੇਵਲ ਕਈ ਲੋਕ ਕਹਿੰਦੇ ਨੇ ਚੁੱਭੀ ਲਾ ਲਓ, ਇਸ਼ਨਾਨ ਕਰ ਲਓ ਤੇ ਅਸੀਂ ਠੀਕ ਹੋ ਜਾਵਾਂਗੇ। ਇਹ ਵੀ ਗੱਲ ਠੀਕ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਵੈਸੇ ਤੁਸੀਂ ਘਰ ਦੇ ਵਿੱਚ ਬੜਾ ਕਲੇਸ਼ ਪਾਓ, ਤੀਰਥਾਂ ਤੇ ਜਾ ਕੇ ਨਹਾਓ, ਬਰਤਨ ਮਾਂਜਾਓ, ਤੇ ਐਵੇਂ ਮੈਲ ਨਹੀਂ ਲਹੇਗੀ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਸਾਧ ਸੰਗ ਆ ਜਿਹੜੀ, ਉਹਦੇ ਵਿੱਚ ਹਰੀ ਦੇ ਗੁਣ ਗਾਉਣ ਦੇ ਨਾਲ ਬੰਦਾ ਨਿਰਮਲ ਹੁੰਦਾ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨ ਹੋਈ। ਚਾਹੇ ਵੇਦ ਆ, ਚਾਹੇ ਕਤੇਬ ਆ, ਚਾਹੇ ਸਿਮਰਤ ਆ, ਚਾਹੇ ਕੋਈ ਵੀ ਮੁਕੱਦਸ ਕਿਤਾਬ ਆ, ਬਾਈਬਲ ਆ, ਕੱਲਾ ਇਹਨੂੰ ਪੜ੍ਹਿਆਂ ਦੇ ਨਾਲ, ਪੜ੍ਹਨ ਦੇ ਨਾਲ ਮੁਕਤ ਨਹੀਂ ਹੋਣਾ ਬੰਦੇ ਨੇ। ਭਾਵ ਉਹਦੇ ਬੰਧਨ ਨਹੀਂ ਕੱਟੇ ਜਾਣੇ, ਸਮਝਣ ਦੇ ਨਾਲ ਕੱਟੇ ਜਾਣਗੇ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਜਿਹੜਾ ਕੇਵਲ ਪੜ੍ਹ ਕੇ ਛੱਡ ਦਿੰਦਾ ਬਾਣੀ ਨੂੰ, ਵਿਚਾਰਦਾ ਨਹੀਂ, ਉਹ ਮੂਰਖ ਹੈ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਸਭ ਤੋਂ ਉੱਪਰ ਕੀ ਆ? ਗੁਰੂ ਦੀ ਬਾਣੀ ਨੂੰ ਸਮਝਣਾ, ਉਹਦੀ ਵਿਚਾਰ ਕਰਨੀ। ਅੱਗੇ ਆ ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਇੱਕ ਉਹ ਲੋਕ ਆ ਜਿਹੜੇ ਪੜ੍ਹ ਛੱਡ ਰਹੇ ਨੇ, ਇੱਕ ਉਹ ਆ ਜਿਹੜਾ ਏਕ ਅੱਖਰ ਜੋ ਗੁਰਮੁਖ ਜਾਪੈ, ਜਿਹੜਾ ਇੱਕ ਅੱਖਰ ਤੇ ਹੀ ਅਮਲ ਕਮਾ ਰਿਹਾ। ਤਿਸ ਕੀ ਨਿਰਮਲ ਸੋਈ, ਉਹ ਦੁਨੀਆ ਤੋਂ ਵੱਖਰਾ ਹੋ ਜਾਏਗਾ। ਜਿਵੇਂ ਆਪਾਂ ਕਹਿੰਦੇ ਆ ਚੰਦਨ ਦੇ ਬੂਟੇ ਹਰ ਪਿੰਡ 'ਚ ਨਹੀਂ ਹੁੰਦੇ, ਚੰਦਨ ਦੇ ਬੂਟੇ ਪਿੰਡ 'ਚ ਛੱਡੋ, ਹਰ ਸ਼ਹਿਰ 'ਚ ਨਹੀਂ ਹੁੰਦੇ। ਸ਼ਹਿਰ 'ਚ ਛੱਡੋ ਤੇ ਆਪਾਂ ਕਹਿ ਸਕਦੇ ਹਾਂ ਜਿਵੇਂ ਮਾਝਾ ਦੁਆਬਾ ਆਪਣੇ ਇਲਾਕੇ ਆ, ਮਾਲਵਾ ਹੈ, ਇਹ ਇਲਾਕਿਆਂ 'ਚ ਵੀ ਕਈ ਵਾਰ ਨਹੀਂ ਹੁੰਦੇ, ਕਿਤੇ ਖਾਸ ਹੁੰਦੇ ਆ। ਤਾਂ ਇਸ ਕਰਕੇ ਉਹ ਬਸ ਉਹ ਗੁਰਮੁਖ ਇਹੀ ਜਾਣੋ, ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਇਹਨੂੰ ਮਹਾਰਾਜ ਦੀ ਕਿਰਪਾ ਕਹਿ ਸਕਦੇ ਹਾਂ, ਕਿਉਂਕਿ ਹਵਾ ਜਦੋਂ ਚੱਲਦੀ ਆ ਨਾ, ਪਵਨ ਵਗਦੀ ਆ, ਪੱਥਰ ਨਹੀਂ ਝੂਲਦੇ ਉਹਦੇ ਨਾਲ, ਫੁੱਲ ਹੀ ਝੂਲਦੇ ਆ, ਫੁੱਲ ਝੂਮਦੇ ਨੇ। ਗਿਆਨ ਦਾ ਅਸਰ ਜਿਹੜਾ ਕੋਮਲ ਹਿਰਦਿਆਂ ਤੇ ਹੁੰਦਾ, ਕਠੋਰ ਹਿਰਦਿਆਂ ਤੇ ਨਹੀਂ ਹੁੰਦਾ। ਗਿਆਨ ਵੀ ਐਸੀ ਚੀਜ਼ ਹੈ, ਇਹ ਕੋਮਲ ਹਿਰਦਿਆਂ ਤੇ ਹੀ ਅਸਰ ਕਰਦੀ ਆ। ਕਠੋਰ ਹਿਰਦਾ ਹੈ ਨਾ, ਤੇ ਉਹਦੇ ਤੇ ਇਹਨੇ ਅਸਰ ਨਹੀਂ ਕਰਨਾ। ਇਤਿਹਾਸ ਵਿੱਚ ਐਸੇ ਬੰਦੇ ਦੇਖੇ ਜਿਹੜੇ ਬਦਲੇ ਨਹੀਂ ਹੈਗੇ। ਮਹਾਰਾਜ ਦੇ ਸਮਕਾਲੀ ਸੀ ਭਾਵੇਂ, ਔਰੰਗਜ਼ੇਬ ਸੀ, ਉਹ ਨਹੀਂ ਬਦਲਿਆ। ਕਠੋਰ ਮਨ ਨਹੀਂ ਬਦਲਦਾ ਕਈ ਵਾਰ। ਜੇ ਉਹਦੇ ਤੇ ਗੁਰੂ ਦੀ ਕਿਰਪਾ ਹੋਵੇ, ਫਿਰ ਪੱਥਰ ਪਿਘਲ ਕੇ ਫਿਰ ਉਹਦਾ ਸੁਭਾਅ ਬਦਲਦਾ। ਇਸ ਕਰਕੇ ਇਹ ਜਿਹੜਾ ਗਿਆਨ ਹੁੰਦਾ
ਕੋਮਲ ਹਿਰਦਿਆਂ ਵਿੱਚ ਬੜੀ ਛੇਤੀ ਇਹ ਪ੍ਰਵੇਸ਼ ਕਰ ਜਾਂਦਾ। ਕਠੋਰ ਮਨਾਂ 'ਚ ਥੋੜ੍ਹਾ ਸਮਾਂ ਲੱਗਦਾ ਹੈ। ਕਈ ਵਾਰ ਜ਼ਿੰਦਗੀ ਲੰਘ ਜਾਂਦੀ ਆ, ਉਹ ਕਠੋਰ ਹੀ ਰਹਿ ਜਾਂਦਾ। ਤਾਂ ਅਸੀਂ ਆਪਣੇ ਮਨ ਨੂੰ ਕੋਮਲ ਬਣਾਉਣਾ, ਕਿਉਂਕਿ ਕੋਮਲ ਮਨ ਦੇ ਵਿੱਚ ਬੜੀ ਛੇਤੀ ਇਹ ਗਿਆਨ ਪ੍ਰਵੇਸ਼ ਕਰਦਾ। ਜਿਵੇਂ ਕਿ ਹਵਾ ਵਗ ਰਹੀ ਆ, ਪਵਨ ਵਗ ਰਹੀ ਆ, ਫੁੱਲਾਂ 'ਤੇ ਬੜੀ ਛੇਤੀ ਅਸਰ ਕਰਦੀ ਆ। ਪੱਥਰਾਂ 'ਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਪੱਥਰ ਥੋੜ੍ਹੀ ਹਿਲਦੇ ਆ ਹਵਾ ਨਾਲ। ਤਾਂ ਅਸੀਂ ਫੁੱਲਾਂ ਦੇ ਵਾਂਗ ਬਣਨਾ, ਪੱਥਰ ਦੇ ਵਾਂਗ ਨਹੀਂ ਬਣਨਾ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਕੱਲਾ ਪੜ੍ਹਨ ਦੇ ਨਾਲ ਨਹੀਂ। ਪੜ੍ਹਨ ਬਾਰੇ ਤਾਂ ਮਹਾਰਾਜ ਨੇ ਬੜਾ ਕੁਝ ਲਿਖਿਆ। ਪਹਿਲਾਂ ਪੜ੍ਹੋਗੇ ਹੀ, ਪਹਿਲਾਂ ਬਾਣੀ ਕੰਠ ਨਹੀਂ ਹੋਣੀ, ਸਿੱਧਾ ਥੋੜ੍ਹੀ ਬੰਦਾ ਸਮਝੂਗਾ। ਪਹਿਲਾਂ ਊੜਾ ਆੜਾ ਆਪਾਂ ਸਿੱਖਿਆ, ਫਿਰ ਅੱਖਰ ਜੋੜਨੇ ਸਿੱਖੇ, ਫਿਰ ਗੁਰਬਾਣੀ ਪੜ੍ਹੀ, ਫਿਰ ਕੰਠ ਹੋਈ, ਫਿਰ ਹੌਲੀ ਹੌਲੀ ਉਹਦੀਆਂ ਸਟੀਕਾਂ ਲੈ ਕੇ, ਭਾਗ ਲੈ ਕੇ ਅਰਥ ਸਮੇਤ ਪੜ੍ਹੀ, ਫਿਰ ਹੌਲੀ ਹੌਲੀ ਗੁਰਸਿੱਖਾਂ ਨੂੰ ਸੁਣਿਆ। ਫਿਰ ਪਤਾ ਲੱਗਾ ਵੀ ਇਹ ਤਾਂ ਇਹ ਸੀ, ਮੈਂ ਇਕੱਲਾ ਪੜ੍ਹ ਕੇ ਨਿਗਾਹ ਦਿੰਦਾ ਸੀ। ਇਹ ਚੀਜ਼ਾਂ ਬਾਅਦ 'ਚ ਪਤਾ ਲੱਗਦੀਆਂ ਨੇ। ਪਹਿਲਾਂ ਤੁਸੀਂ ਬਾਣੀ ਪੜ੍ਹੋਗੇ, ਸਿਰਫ ਜਿਵੇਂ ਬੱਚੇ ਪੜ੍ਹਦੇ ਆ, ਕੰਠ ਕਰੋਗੇ, ਹੌਲੀ ਪੌੜੀਆਂ ਨੇ ਇਹ ਬਰਮਾਰਥ ਦੀਆਂ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਫੇਰ ਚਾਹੇ ਇੱਕ ਅੱਖਰ ਹੀ ਹੋਵੇ ਬਾਣੀ ਦਾ, ਗੱਲ ਤਾਂ ਉਹਦੇ ਵਸਣ ਦੀ ਅੰਦਰ ਕਿ ਵਸ ਜਾਵੇ, ਫਿਰ ਤੁਸੀਂ ਬੜੇ ਹੀ ਸਦਗੁਣਾਂ ਵਾਲੇ ਬਣ ਜਾਂਦੇ ਹੋ। ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਗੁਰੂ ਅਰਜਨ ਦੇਵ ਜੀ ਤੋਂ ਕਿਸੇ ਨੇ ਪੁੱਛਿਆ, ਇਹ ਬਾਣੀ ਕਿਹਦੇ ਲਈ ਆ? ਉਹਨਾਂ ਜਵਾਬ ਦਿੱਤਾ, ਕਹਿੰਦੇ ਇਹਨੂੰ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸੂਦਰ ਹੋਵੇ, ਵੈਸ਼ ਹੋਵੇ, ਕੋਈ ਵੀ ਪੜ੍ਹ ਸਕਦਾ। ਇਹਨੂੰ ਕੋਈ ਵੀ ਸਮਝ ਸਕਦਾ, ਕੋਈ ਵੀ, ਕਿਸੇ ਨੂੰ ਕਿਸੇ ਪ੍ਰਕਾਰ ਦੀ ਮਨਾਹੀ ਨਹੀਂ। ਬ੍ਰਾਹਮਣ ਲੋਕ ਜਿਹੜੇ ਸਨ ਨਾ, ਇਹ ਪੰਕਤੀ ਉਸ ਹਿਸਾਬ ਨਾਲ ਲਿਖੀ ਗਈ ਆ, ਉਹ ਕਿਸੇ ਨੂੰ ਸੰਸਕ੍ਰਿਤ ਨਹੀਂ ਸੀ ਪੜ੍ਹਨ ਦਿੰਦੇ। ਉਹ ਕਹਿੰਦੇ ਸੀ ਅਸੀਂ ਹੀ ਪੜ੍ਹਾਂਗੇ, ਅਸੀਂ ਹੀ ਕਥਾਵਾਚਕ ਬਣਾਂਗੇ। ਉਹ ਕਿਸੇ ਨੂੰ ਕੁਝ ਸਿੱਖਣ ਨਹੀਂ ਸੀ ਦਿੰਦੇ। ਬ੍ਰਾਹਮਣ ਐਸਾ ਸੀ, ਉਹਨੇ ਕਹਿਣਾ ਸਾਡੀ ਕੁੱਲ ਉੱਚੀ ਆ, ਅਸੀਂ ਇਹ ਕੰਮ ਕਰਦੇ ਹਾਂ ਅਤੇ ਅਸੀਂ ਹੀ ਇਹ ਕਰਨਾ। ਪਰ ਮਹਾਰਾਜ ਕਹਿੰਦੇ ਨਹੀਂ, ਸਾਰੇ ਬਰਾਬਰ ਹੀ ਆ। ਬ੍ਰਾਹਮਣ ਦਿਮਾਗ ਵਾਲੇ ਕੰਮ ਕਰਦਾ, ਲਿਖਤ ਪੜ੍ਹਤ ਵਾਲੇ ਕਰਦਾ। ਖੱਤਰੀ ਜਿਹੜਾ ਹੈ ਜੰਗ ਦੇ ਮੈਦਾਨ 'ਚ ਅੱਗੇ ਹੋ ਕੇ ਯੋਧਿਆਂ ਵਾਂਗ ਲੜਦਾ, ਹਥਿਆਰ ਬਣਾਉਂਦਾ। ਵੈਸ਼ ਜਿਹੜਾ ਖੇਤੀਬਾੜੀ ਕਰਦਾ। ਸ਼ੂਦਰ ਆ ਜਿਹੜਾ ਭਾਰੀ ਕੰਮ ਕਰਦੇ ਨੇ, ਜਿਵੇਂ ਇੱਟਾਂ ਦੇ ਨਾਲ ਮਕਾਨ ਬਣਾਉਣੇ ਅਤੇ ਭਾਰੀ ਚੀਜ਼ਾਂ, ਸੀਮੈਂਟ ਚੱਕਣਾ, ਚੂਨਾ ਚੁੱਕਣਾ। ਕਹਿੰਦੇ ਸਾਰਿਆਂ ਦੀ ਸਾਨੂੰ ਲੋੜ ਆ। ਦਿਮਾਗ ਵਾਲੇ ਬੰਦੇ ਵੀ ਚਾਹੀਦੇ ਨੇ ਅਤੇ ਘਰ ਬਣਾਉਣ ਵਾਲੇ ਵੀ ਚਾਹੀਦੇ ਨੇ। ਜੇ ਉਹ ਨਾ ਹੋਣ ਦਿਹਾੜੀ ਵਾਲੇ, ਚਾਹੇ ਆਪਣੇ ਕੋਲ ਪੈਸੇ ਆ, ਅਤੇ ਸਾਡਾ ਘਰ ਕੌਣ ਬਣਾਊਗਾ? ਸਾਰਿਆਂ ਦੀ ਸਾਨੂੰ ਲੋੜ ਆ। ਬਾਣੀ ਕਿਹਦੇ ਲਈ ਆ? ਬਾਣੀ ਕੋਈ ਵੀ ਪੜ੍ਹ ਸਕਦਾ। ਹਰਿਮੰਦਰ ਸਾਹਿਬ ਦੇ ਦਰਵਾਜ਼ੇ ਸਿੱਖਾਂ ਲਈ ਖੁੱਲ੍ਹੇ ਨੇ? ਨਹੀਂ, ਕੋਈ ਵੀ ਆ ਸਕਦਾ। ਇਤਨੀ ਖੁੱਲ੍ਹ ਦਿਲੀ ਸਿੱਖੀ ਦੇ ਵਿੱਚ ਜਿਹੜੀ ਦੇਖਣ ਨੂੰ ਮਿਲੀ, ਉਹ ਕਿਤੇ ਹੋਰ ਦੀਆਂ ਮਿਸਾਲਾਂ ਨਹੀਂ ਮਿਲਦੀਆਂ। ਗੁਰੂ ਅਮਰਦਾਸ ਜੀ ਨੇ 22 ਮੰਜੀਆਂ, ਬਹੁਤ ਵਾਰੀ ਮੈਂ ਇਹਦਾ ਜ਼ਿਕਰ ਕੀਤਾ, ਉਹ ਤੇ ਵੀਰ ਪੁਰਸ਼ ਜਿਹੜੇ ਥਾਪੇ ਗਏ। 52 ਪੀੜੇ ਉਹਦੇ ਵਿੱਚ ਜਿਹੜੀਆਂ ਪੜ੍ਹੀਆਂ ਲਿਖੀਆਂ ਇਸਤਰੀਆਂ ਸੀ, ਉਹਨਾਂ ਨੂੰ ਦਿੱਤੇ ਗਏ ਕਿ ਤੁਸੀਂ ਵੀ ਪ੍ਰਚਾਰ ਕਰੋ। ਬਰਾਬਰ ਰੱਖਿਆ ਹੈ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ, ਘਟ ਘਟ ਨਾਨਕ ਮਾਝਾ। ਗੁਰਮੁਖ ਇਹ ਗੱਲਾਂ ਨੂੰ ਸਮਝਦੇ ਨੇ। ਗੁਰਮੁਖ ਕਦੇ ਵੀ ਕਿਸੇ ਧਰਮ ਨਾਲ ਨਫ਼ਰਤ ਨਹੀਂ ਕਰਦੇ। ਪਹਿਲੀ ਗੱਲ ਤਾਂ ਇਹ ਆ। ਇੱਥੋਂ ਤੱਕ ਕਿ ਵਾਲ ਕੱਟੇ ਹੋਣ ਕਿਸੇ ਦੇ, ਕੋਈ ਸ਼ਰਾਬੀ ਹੋਵੇ, ਉਹਦੇ ਨਾਂ ਵੀ ਗੁਰਮੁਖ ਨਫ਼ਰਤ ਨਹੀਂ ਕਰਦਾ। ਕਿਸੇ ਨੂੰ ਸਮਝਾਉਣਾ ਪਿਆਰ ਦੇ ਨਾਲ ਹੋਰ ਗੱਲ ਹੁੰਦੀ ਆ, ਕਿਸੇ ਤੋਂ ਨਫ਼ਰਤ ਕਰਕੇ ਪਿੱਛੇ ਹੋ ਜਾਣਾ, ਇਹ ਗੱਲਾਂ ਕੁਝ ਹੋਰ ਹੁੰਦੀਆਂ ਨੇ। ਤਾਂ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ, ਐਸੇ ਗੁਰਮੁਖਾਂ ਤੋਂ ਮੈਂ ਸਦਕੇ ਹਾਂ, ਜਿਹੜੇ ਨਾਮ ਨੂੰ ਜਪ ਕੇ ਕੱਲ ਦੇ ਵਿੱਚ, ਇਹ ਜ਼ਮਾਨੇ ਦੇ ਵਿੱਚ ਉੱਭਰ ਕੇ ਬਾਹਰ ਆ ਗਏ ਨੇ। ਜਿਵੇਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ, ਉਹ ਬਗੀਚਾ ਹੋਵੇ, ਕੋਈ ਫੁੱਲ ਹੁੰਦਾ ਇਤਨਾ ਸੋਹਣਾ, ਵੱਖਰਾ ਹੀ ਪਿਆ ਦਿਖਦਾ ਹੁੰਦਾ। ਜਿਵੇਂ ਸੂਰਜ ਆ, ਸੂਰਜ ਦੀ ਟਿੱਕੀ ਆ, ਸਾਰਾ ਕੁਝ ਆਪਣੇ
ਦੁਨੀਆ 'ਚ, ਉਹ ਵੱਖਰੀ ਚੀਜ਼ ਆ। ਚੰਦਰਮਾ ਇੱਕ ਵੱਖਰਾ ਹੈ, ਅਲੱਗ-ਅਲੱਗ ਚੀਜ਼ਾਂ ਨੇ। ਐਸੇ ਹੀ ਗੁਰਮੁਖ ਹੁੰਦੇ ਨੇ। ਚੰਦਰਮਾ ਦੇ ਵਾਂਗ ਕਹਿ ਲਓ, ਸੂਰਜ ਦੇ ਵਾਂਗ ਕਹਿ ਲਓ, ਉਹ ਚਮਕਦੇ ਨੇ। ਧੂੜ ਦੇ ਕਣ ਤਾਂ ਕਿੰਨੇ ਹੀ ਉੱਡੇ ਫਿਰਦੇ ਆ ਨਾ। ਤਾਂ ਇਸ ਕਰਕੇ ਐਸੇ ਗੁਰਮੁਖ, ਉਹਨਾਂ ਨੇ ਆਪਣੇ ਜੀਵਨ ਨੂੰ ਕਿਹਦੇ ਦੁਆਰਾ ਬਦਲਿਆ? ਸੰਗਤ ਦੇ ਦੁਆਰਾ ਬਦਲਿਆ। ਸੰਗਤ ਨੇ ਹੀ ਉਹਨਾਂ ਦਾ ਉਧਾਰ ਕੀਤਾ। ਸੰਗਤ ਹੀ ਬੰਦੇ ਦੀ ਜਦੋਂ ਬਦਲਦੀ ਆ, ਉਦੋਂ ਹੀ ਬੰਦਾ ਬਦਲਦਾ। ਇਸ ਤੋਂ ਬਿਨਾਂ ਬੰਦਾ ਨਹੀਂ ਬਦਲਦਾ। ਗੁਰੂ ਮਹਾਰਾਜ ਦੀ ਇੱਕ ਪੰਗਤੀ ਹੈ, ਭਗਤ ਜੀ ਦੀ ਪੰਗਤੀ ਹੈ। ਕਬੀਰ ਜੀ ਕਹਿੰਦੇ ਨੇ, ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹੇ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਾ ਨਹੀਂ, ਮੇਰੇ ਤਨ ਕੋ ਚਾਮ। ਇੱਕ ਕਈ ਵਾਰੀ ਕਈਆਂ ਨੂੰ ਆਦਤ ਹੁੰਦੀ ਆ ਸੁਪਨਿਆਂ 'ਚ ਬੋਲਣ ਦੀ, ਉਹਨੂੰ ਆਪਾਂ ਬੜਬੜਾਉਣਾ ਕਹਿੰਦੇ ਆ। ਕਬੀਰ ਸਾਹਿਬ ਦਾ ਹੀ ਇਹ ਸ਼ਬਦ ਆ, ਸੁਪਨੇ ਹੂੰ ਬਰੜਾਏ ਕੈ। ਕਹਿੰਦੇ ਕਈ ਲੋਕ ਸੁਪਨਿਆਂ 'ਚ ਬੋਲਣ ਲੱਗ ਜਾਂਦੇ ਨੇ। ਕਬੀਰ ਸਾਹਿਬ ਜੀ ਕਹਿੰਦੇ, ਜੇ ਕੋਈ ਐਸਾ ਬੰਦਾ ਹੋਏ ਜਿਹੜਾ ਸੁਪਨੇ ਦੇ ਵਿੱਚ ਬੜਾਉਂਦਾ ਹੋਇਆ ਕਹਿ ਦਵੇ ਰਾਮ। ਕਬੀਰ ਸਾਹਿਬ ਜੀ ਕਹਿੰਦੇ, ਵੈਸੇ ਨਹੀਂ ਮੈਂ ਕਹਿ ਰਿਹਾ ਕੋਈ ਸੰਗਤ 'ਚ ਆ ਕੇ ਰਾਮ ਕਹੇ, ਇਹ ਤਾਂ ਬਹੁਤ ਉੱਚੀ ਗੱਲ ਹੋ ਗਈ। ਕੋਈ ਸੁਪਨੇ 'ਚ ਹੀ ਬੜਾਉਂਦਾ ਹੋਇਆ ਕਹਿ ਦਵੇ ਰਾਮ ਜਾਂ ਵਾਹਿਗੁਰੂ ਜਾਂ ਅੱਲਾ, ਕੋਈ ਵੀ ਸ਼ਬਦ ਵਾਹਿਗੁਰੂ ਲਈ ਕਹਿ ਦਵੇ। ਕਹਿੰਦੇ ਮੈਂ ਉਹਨੂੰ ਕੀ ਕਰਾਂਗਾ? ਤਾਂ ਕਿ ਪਗ ਕੀ ਪਾ ਨਹੀਂ, ਮੇਰੇ ਤਨ ਕੋ ਚਾਮ। ਉਹ ਜੇ ਜੋੜੇ ਪਾਉਣਾ ਚਾਹੁੰਦਾ ਪੈਰਾਂ 'ਚ, ਉਹਦੇ ਲਈ ਮੇਰੀ ਖੱਲ, ਉਹਦੇ ਲਈ ਮੇਰੀ ਚਮੜੀ ਹਾਜ਼ਰ ਆ। ਮਤਲਬ ਕਿ ਉਹਨਾਂ ਨੇ ਰਾਮ ਨੂੰ, ਨਾਮ ਨੂੰ ਇੰਨੀ ਮਹਾਨਤਾ ਦਿੱਤੀ ਹੈ। ਇਹ ਉਹਨਾਂ ਦਾ ਸ਼ਲੋਕ ਹੈ, ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ। ਕੋਈ ਸੌਂ ਰਿਹਾ, ਉਹਨੂੰ ਨੀਂਦ ਆਈ ਹੋਈ ਆ, ਸੁਪਨਾ ਆ ਰਿਹਾ, ਸੁਪਨੇ 'ਚ ਉਹ ਬੜਾਇਆ, ਉਹਨੇ ਕਹਿਤਾ ਰਾਮ। ਆਪਾਂ ਤਾਂ ਜਾਗੇ ਹੋਏ ਕਹਿ ਰਹੇ ਹਾਂ, ਇੰਨੀ ਇਹਦੀ ਮਾਨਤਾ ਹੈ। ਕਹਿੰਦੇ ਮੇਰੀ ਖਲੜੀ, ਮੇਰੀ ਖੱਲ ਹਾਜ਼ਰ ਹੈ, ਉਹਦੀਆਂ ਮੈਂ ਜੁੱਤੀਆਂ ਬਣਾ ਕੇ ਉਹ ਗੁਰਸਿੱਖ ਨੂੰ ਦੇਵਾਂਗਾ ਜਿਹਨੇ ਸੁਪਨੇ 'ਚ ਹੀ ਰਾਮ ਕਹਿਤਾ। ਵੈਸੇ ਹਜੇ ਕਿਹਾ ਨਹੀਂ, ਜਾਗ ਕੇ ਨਹੀਂ, ਸੁੱਤੇ ਪਿਆਂ ਹੀ ਭਾਵੇਂ ਕਹਿਤਾ। ਤਾਂ ਇਹ ਚੀਜ਼ ਕੁਝ ਬਹੁਤ ਵੱਖਰੀ ਹੋਏਗੀ ਜਿਹੜੀ ਇੰਨੀ ਮਾਨਤਾ। ਕੰਠੇ ਮਾਲਾ ਜੇਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ, ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਵੋ। ਮੈਂ ਹਿੰਦੂਆਂ ਨੂੰ ਵੀ, ਮੈਂ ਤੁਰਕਾਂ ਨੂੰ ਵੀ, ਦੋਨਾਂ ਨੂੰ ਸਮਝਾਉਣਾ। ਕਬੀਰ ਜੀ ਕਹਿੰਦੇ ਕਿ ਰਾਮ ਦੇ ਗੁਣ ਗਾਵੋ, ਰਾਮ ਦੇ ਗੁਣ ਗਾਵੋ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹਡੰਦੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹਡੰਦੇ। ਗੁਰਸਿੱਖਾਂ ਦੇ ਜਿਹੜੇ ਪੈਰ 'ਚ ਪਾਉਣ ਵਾਲੇ ਮੌਜੇ ਨੇ, ਉਹ ਮੈਂ ਆਪਣੀ ਚਮੜੀ ਤੋਂ ਬਣਾਉਣਾ ਚਾਹੁੰਦਾ। ਇੰਨਾ ਸਦਕੇ ਕਿਹਦੇ ਲਈ ਹੋ ਰਹੇ ਆ? ਕਾਹਦੇ ਲਈ? ਰਾਮ ਦੇ ਨਾਮ ਤੋਂ ਹੋ ਰਹੇ। ਜਿਹਨੂੰ ਤੁਸੀਂ ਪਿਆਰਿਓ ਯਾਦ ਕਰੋਗੇ, ਉਹੋ ਜੇ ਤੁਸੀਂ ਹੋ ਜਾਣਾ। ਇਹ ਗੁਰਬਾਣੀ ਦਾ ਸੁਭਾਅ ਹੈ, ਇਤਨੀ ਇਹ ਕੋਮਲ ਆ। ਜੇ ਆਪਾਂ ਇਹਨੂੰ ਪੜ੍ਹਾਂਗੇ, ਸਮਝਾਂਗੇ, ਸੁਣਾਂਗੇ, ਉਹੋ ਜੇ ਸਾਡਾ ਮਨ ਨੇ ਹੋ ਜਾਣਾ। ਜੇ ਤੁਸੀਂ ਕੋਮਲ ਹੋਣਾ ਚਾਹੁੰਦੇ ਹੋ, ਸੁਖੀ ਹੋਣਾ ਚਾਹੁੰਦੇ ਹੋ, ਤਾਂ ਇਹਦੇ ਨਾਲ ਜੁੜਨਾ ਬੜਾ ਲਾਜ਼ਮੀ ਹੈ। ਛੇਵੇਂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਹੈ। ਉਹਨਾਂ ਨੂੰ ਪਿਆਰ ਕਰਨ ਵਾਲੇ ਇੱਕ ਰਬਾਬੀ ਭਾਈ ਬਾਵਕ ਜੀ ਆ ਗਏ। ਉਹ ਰਾਗਾਂ ਦੇ ਧਨੀ ਸਨ, ਕੀਰਤਨ ਕਰਿਆ ਕਰਦੇ ਸੀ। ਭਾਈ ਮਰਦਾਨਾ ਜੀ ਦੀ ਅਗਲੀਆਂ ਪੀੜ੍ਹੀਆਂ 'ਚੋਂ ਸਨ। ਕਹਿਣ ਲੱਗੇ, ਪਾਤਸ਼ਾਹ ਜੀ, ਮੈਂ ਆਪ ਜੀ ਦੇ ਕੋਲ ਰਹਿ ਕੇ ਰਾਗ ਵਿਦਿਆ ਸਿੱਖੀ ਆ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਇਹ ਸਭ ਤੁਹਾਡਾ ਹੀ ਆ। ਪਰ ਹੁਣ ਮੇਰਾ ਸਮਾਂ ਨੇੜੇ ਆ ਗਿਆ, ਹੁਣ ਮੇਰੇ 'ਤੇ ਕਿਰਪਾ ਕਰੋ, ਮੈਂ ਜਾਣਾ ਚਾਹੁੰਦਾ ਹਾਂ। ਛੇਵੇਂ ਪਾਤਸ਼ਾਹ ਜੀ ਨੇ ਆਖਿਆ ਸੀ, ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਕੀਰਤਨ ਗਾਇਆ ਲਾਲਚ ਤੋਂ ਪਰੇ ਹੋ ਕੇ। ਇੱਕ ਹੁੰਦਾ ਰੱਬ ਦੇ ਗੀਤ ਗਾਉਣੇ ਲਾਲਚ 'ਚ ਆ ਕੇ, ਇੱਕ ਹੁੰਦਾ ਲਾਲਚ ਤੋਂ ਉੱਪਰ ਹੋ ਕੇ ਕੁਝ ਕਰਨਾ। ਜਿਹੜੀ ਉਹਦੀ ਬਣਦੀ ਮਿਹਨਤ ਸੀ ਮਹਾਰਾਜ ਦਿੰਦੇ ਸੀ, ਭੇਟਾਵਾਂ ਦਿੰਦੇ ਸੀ, ਵਸਤਰ ਦਿੰਦੇ ਸੀ, ਪਰ ਕਹਿੰਦੇ ਤੁਸੀਂ ਕਦੇ ਲਾਲਚ ਨਹੀਂ ਕੀਤਾ। ਲਾਲਚ ਤੋਂ ਉੱਪਰ ਹੋ ਕੇ ਜਿਹੜਾ ਕੀਰਤਨ ਕੀਤਾ ਰਾਗਾਂ ਦੇ ਵਿੱਚ, ਇਹ ਤੁਹਾਨੂੰ ਮੁਕਤ ਕਰ ਦੇਗਾ। ਇਹ ਪੰਗਤੀ ਹੁਕਮਨਾਮੇ ਵਿੱਚ ਆਈ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ,
ਨਿਮਖ ਸਿਮਰਤ ਜਿਤ ਛੂਟੈ। ਇੱਕ ਸਕਿੰਟ 'ਚ ਬੰਦਾ ਮੁਕਤ ਹੋ ਸਕਦਾ ਜੇ ਉਹ ਦਿਲ ਤੋਂ ਕੀਰਤਨ ਕਰੇ। ਤਾਂ ਫਿਰ ਉਹ ਕਹਿੰਦੇ ਹੁਣ ਮੇਰਾ ਆਖਰੀ ਸਮਾਂ ਨੇੜੇ ਆ ਗਿਆ। ਪਾਤਸ਼ਾਹ ਜੀ ਨੂੰ ਕਹਿਣ ਲੱਗੇ ਹੁਣ ਮੇਰਾ ਪੁੱਤਰ ਆ ਜੀ ਇੱਕ, ਉਹਦਾ ਕੀ ਬਣੇਗਾ? ਮੇਰੇ ਜਾਣ ਤੋਂ ਬਾਅਦ ਜਿਵੇਂ ਮਾਂ ਪਿਓ ਨੂੰ ਫਿਕਰ ਹੁੰਦੀ ਆ, ਮਹਾਰਾਜ ਇਹਨੂੰ ਵੀ ਆਪਣੇ ਚਰਨਾਂ ਨਾਲ ਜੋੜਿਓ। ਸਤਿਗੁਰ ਕਹਿੰਦੇ ਸੀ ਤੁਸੀਂ ਇਹਦੀ ਫਿਕਰ ਨਾ ਕਰਿਓ, ਇਹਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਾਡੀ, ਇਹ ਵੀ ਤੇਰੇ ਵਾਂਗ ਹੀ ਕੀਰਤਨ ਕਰੇਗਾ। ਤਾਂ ਉਦੋਂ ਬਾਅਦ ਫਿਰ ਉਹਨਾਂ ਨੇ ਇੱਦਾਂ ਚਾਦਰ ਲੈ ਕੇ ਤਾਣ ਕੇ ਨਾ, ਬਾਵਕ ਰਾਗੀ ਜੀ ਜਿਹੜੇ ਸਨ, ਰਬਾਬੀ ਮੁਸਲਮਾਨ ਸੀ, ਮਹਾਰਾਜ ਕੋਲ ਕੀਰਤਨ ਕਰਦੇ ਹੁੰਦੇ ਸੀ, ਰਾਗਾਂ ਦੇ ਧਨੀ ਸੀ, ਸਰੀਰ ਛੱਡ ਗਏ ਸੀ, ਉਹ ਬੜਾ ਸੌਖਾ ਹੀ ਛੱਡ ਗਏ ਸੀ। ਨਾਲੇ ਪਤਾ ਲੱਗ ਗਿਆ ਸੀ ਕਿ ਮੇਰਾ ਆਉਣ ਵਾਲਾ ਸਮਾਂ ਨੇੜੇ ਆ। ਗੁਰਮੁਖਾਂ ਲਈ ਇਹ ਛੋਟੀਆਂ ਗੱਲਾਂ ਹੋ ਜਾਂਦੀਆਂ ਨੇ, ਆਮ ਬੰਦੇ ਲਈ ਵੱਡੀਆਂ ਹੋ ਜਾਂਦੀਆਂ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਬੇਟਾ ਸੀ ਨਾ, ਮਹਾਰਾਜ ਨੇ ਉਹਨੂੰ ਫਿਰ ਦਸਤਾਰ ਦਿੱਤੀ, ਇੱਕ ਸਿਰੋਂ ਪਾਉ ਦਿੱਤਾ, ਥੋੜ੍ਹੇ ਜਿਹੇ ਪੈਸੇ ਦੇ ਦਿੱਤੇ, ਨਾਲ ਉੱਪਰ ਰੱਖ ਕੇ ਬੜੇ ਪਿਆਰ ਚਾ ਕੇ ਭੇਟਾ ਦਿੱਤੀ। ਕਹਿੰਦੇ ਲੈ ਇਹ ਤੂੰ ਹੁਣ ਪਹਿਨ ਲਾ। ਦਸਤਾਰ ਉਹਨੇ ਬੰਨੀ, ਉਹ ਸਿਰੋਂ ਪਾਉ ਗਲ 'ਚ ਪਾਇਆ, ਕੀਮਤੀ ਦੁਸ਼ਾਲਾ ਸੀ। ਫਿਰ ਉਹ ਮਹਾਰਾਜ ਕੋਲ ਆਉਣ ਲੱਗ ਗਿਆ। ਫਿਰ ਸਤਿਗੁਰੂ ਜੀ ਕੋਲ ਹੌਲੀ ਹੌਲੀ ਫਿਰ ਉਹਨੇ ਆਖਿਆ ਮੈਂ ਕੀ ਕਰਾਂ। ਪਿਤਾ ਜੀ ਦੇ ਸਾਜ਼ ਪਏ ਸੀ ਘਰੇ, ਉਹ ਲੈ ਕੇ ਆਉਣ ਲੱਗ ਗਿਆ। ਹੌਲੀ 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 ਫਿਰ ਉਹ ਕੀਰਤਨ ਕਰਨ ਲੱਗ ਗਿਆ ਸੀ ਮਹਾਰਾਜ ਕੋਲੇ, ਪੀੜ੍ਹੀ ਦਰ ਪੀੜ੍ਹੀ। ਕਿਉਂਕਿ ਇਹਨਾਂ ਕੋਲ ਇੱਕ ਕਲਾ ਹੈ, ਜਿਹੜੇ ਭਾਈ ਮਰਦਾਨਾ ਜੀ ਦੀ ਕੁੱਲ ਵਿੱਚ ਨੇ ਨਾ, ਇਹਨਾਂ ਨੂੰ ਗੁਰੂ ਨਾਨਕ ਜੀ ਦਾ ਵਰ ਹੋਇਆ। ਇੱਥੋਂ ਤੱਕ ਉਦਾਹਰਨ ਬਣ ਗਈ ਹੈ ਇੱਕ ਕਹਾਵਤ, ਕਹਿੰਦੇ ਜੇ ਰੋਣਗੇ ਤੇ ਰਾਗ ਵਿੱਚ ਹੀ ਰੋਣਗੇ। ਇਹ ਐਸੇ ਨੇ, ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਐਸੀਆਂ ਅਸੀਸਾਂ ਦਿੱਤੀਆਂ ਕਿ ਤੂੰ ਰਬਾਬ ਵਜਾਈ ਆ, ਤੇਰੀ ਕੁੱਲ ਵਿੱਚ ਜੋ ਪੈਦਾ ਹੋਵੇਗਾ ਉਹ ਰਾਗਾਂ ਦਾ ਧਨੀ ਹੋਵੇਗਾ, ਉਹ ਰਾਗਾਂ ਦੀ ਸਮਝ ਹੋਵੇਗੀ। ਇਹਨਾਂ ਨੂੰ ਸਮਝ ਪਹਿਲਾਂ ਹੀ ਹੁੰਦੀ ਆ, ਜੇ ਸਾਜ਼ ਸਿੱਖ ਲੈਣ ਤਾਂ ਬੜੀ ਛੇਤੀ ਅੱਗੇ ਲੰਘ ਜਾਂਦੇ ਨੇ। ਤਾਂ ਉਹਨੇ ਫਿਰ ਹੌਲੀ ਹੌਲੀ ਸਾਜ਼ ਵਜਾਏ। ਮਹਾਰਾਜ ਆਖੇ ਕਹਿਣ ਲੱਗੇ ਹੁਣ ਤੂੰ ਜਿਹੜੀ ਬਿਲਾਵਲ ਦੀ ਚੌਂਕੀ ਆ ਸਵੇਰ ਵਾਲੀ, ਸ਼ਾਮ ਦੀ ਚੌਂਕੀ ਆ ਸੋਦਰ ਦੀ, ਇਹ ਤੂੰ ਹੀ ਭਰਿਆ ਕਰਨੀ ਆ। ਰਬਾਬੀ ਭਾਈ ਬਾਵਕ ਜੀ ਦਾ ਪੁੱਤਰ ਫਿਰ ਕੀਰਤਨ ਕਰਨ ਲੱਗ ਗਿਆ। ਹੌਲੀ ਹੌਲੀ ਉਹ ਵੀ ਰਾਗਾਂ ਦਾ ਧਨੀ ਹੋ ਗਿਆ। ਕਦੇ ਟੋਡੀ ਗਾਉਂਦਾ ਸੀ, ਕਦੇ ਮਲ੍ਹਾਰ, ਕਦੇ ਸੂਹੀ, ਕਦੇ ਸੋਰਠ, ਕਦੇ ਸਿਰੀ ਰਾਗ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇਹ ਮੂਲ ਭਾਵ ਸੀ ਪੰਗਤੀ ਦਾ। ਇੱਕ ਸਕਿੰਟ ਕੋਈ ਕੀਰਤਨ ਗਾ ਲਵੇ ਦਿਲ ਤੋਂ ਤਾਂ ਉਹਦਾ ਉਧਾਰ ਹੋ ਸਕਦਾ। ਜਿਵੇਂ ਰਬਾਬੀ ਭਾਈ ਬਾਵਕ ਜੀ ਦਾ ਹੋਇਆ, ਭਾਈ ਮਰਦਾਨਾ ਜੀ ਦਾ ਹੋਇਆ। ਅੱਗੇ ਫਿਰ ਬੜੇ ਬੜੇ ਗੁਰਸਿੱਖ ਸੀ, ਫਿਰ ਤਾਂ ਗੁਰਸਿੱਖ ਵੀ ਕੀਰਤਨ ਕਰਨ ਲੱਗ ਗਏ ਸੀ। ਉਸ ਤੋਂ ਬਾਅਦ ਪਹਿਲਾਂ ਮੁਸਲਮਾਨ ਵੀਰ ਹੀ ਕਰਿਆ ਕਰਦੇ ਸੀ। ਤਾਂ ਇਹ ਗੁਰੂ ਮਹਾਰਾਜ ਨੇ ਸਾਨੂੰ ਸਭ ਨੂੰ ਕਿਹਾ, ਖੱਤਰੀ ਚਾਹੇ ਕੋਈ, ਚਾਹੇ ਬ੍ਰਾਹਮਣ ਹੈ, ਚਾਹੇ ਸੂਦ ਹੈ, ਚਾਹੇ ਵੈਸ਼ ਹੈ, ਉਪਦੇਸ਼ ਚੌ ਵਰਨਾ ਕੋ ਸਾਂਝਾ। ਇਹ ਸਿੱਖਿਆ ਸਭ ਲਈ ਸਾਂਝੀ ਆ, ਇਹ ਉਪਦੇਸ਼ ਸਭ ਲਈ ਆ। ਤਾਂ ਜਿਹੜੇ ਰੱਬ ਦੇ ਰਾਹ 'ਤੇ ਤੁਰਨਾ ਚਾਹੁੰਦੇ ਨੇ ਉਹਨਾਂ ਲਈ ਬੜਾ ਜ਼ਰੂਰੀ ਹੈ। ਕੀ ਜ਼ਰੂਰੀ ਹੈ? ਜ਼ੁਬਾਨ 'ਤੇ ਵਾਹਿਗੁਰੂ ਦਾ ਨਾਮ, ਦਿਲ ਵਿੱਚ ਉਹਦੀ ਯਾਦ। ਦੋਨੇ ਗੱਲਾਂ ਜ਼ਰੂਰੀ ਨੇ। ਦੇਖੋ ਰਸਨਾ 'ਤੇ ਵਾਹਿਗੁਰੂ ਵਾਹਿਗੁਰੂ ਹੋਣਾ, ਦਿਲ ਵਿੱਚ ਵੀ ਉਹਦੀ ਯਾਦ ਹੋਣੀ ਜ਼ਰੂਰੀ ਆ। ਦਿਲ 'ਚ ਯਾਦ ਹੋਵੇ, ਬਾਹਰ ਉਹਦਾ ਜ਼ੁਬਾਨ 'ਤੇ ਨਾਮ ਹੋਵੇ, ਫਿਰ ਖੇਡ ਬਣ ਜਾਂਦੀ ਆ। ਮੂੰਹ ਤੋਂ ਮੈਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਦਿਲ 'ਚ ਮੇਰੇ ਪ੍ਰੀਤ ਨਹੀਂ, ਫਿਰ ਵੀ ਗੱਲ ਨਹੀਂ ਬਣਦੀ। ਅੰਦਰ ਮੇਰੇ ਪ੍ਰੀਤ ਆ ਪਰ ਮੈਂ ਰਸਨਾ ਤੋਂ ਨਹੀਂ ਜਪ ਰਿਹਾ, ਫਿਰ ਵੀ ਗੱਲ ਨਹੀਂ ਬਣਦੀ। ਦੋਨੋਂ ਚੀਜ਼ਾਂ ਹੀ ਜਿਹੜੇ ਪਰਮਾਰਥ 'ਤੇ ਤੁਰਨਾ ਚਾਹੁੰਦੇ ਨੇ ਉਹਨਾਂ ਲਈ ਇਹ ਨੋਟ ਕਰਨ ਵਾਲੀ ਗੱਲ ਆ। ਦਿਲ 'ਚ ਵੀ ਤੁਹਾਡੇ ਉਹਦੀ ਯਾਦ ਹੋਵੇ, ਜ਼ੁਬਾਨ 'ਤੇ ਵੀ ਉਹਦਾ ਨਾਮ ਹੋਵੇ। ਮਹਾਰਾਜ ਨੇ ਦੋਨਾਂ ਚੀਜ਼ਾਂ 'ਤੇ ਬੜਾ ਜ਼ੋਰ ਦਿੱਤਾ ਹੈ। ਸੋ ਆਓ ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਦੀ ਜੋ ਸ਼ਾਨ ਹੈ ਬਹੁਤ ਉੱਚੀ ਸੁੱਚੀ ਹੈ। ਰਬਾਬੀ ਭਾਈ ਬਾਵਕ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਹਾਰਾਜ ਕੋਲ ਰਹਿ ਕੇ ਕੀਰਤਨ ਕੀਤਾ, ਐਸੇ ਗੁਰਸਿੱਖਾਂ ਦੀ ਸ਼ਾਨ ਬੜੀ ਨਿਰਾਲੀ ਹੈ ਜੀ। ਬੋਲਦਿਆਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸਾਧ ਸੰਗਤ ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਆਓ ਹੁਣ ਆਪਾਂ ਰਲ ਮਿਲ ਕੇ ਇੱਕ ਮਨ ਇੱਕ ਚਿੱਤ ਹੋ ਕੇ
ਵਾਹਿਗੁਰੂ ਕਹੀਏ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ